देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਨੀ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਨੀ। ਇੱਕ ਤੇਰੀ ਅੱਖ ਕਾਸ਼ਣੀ ਸੋਹਣੀਏ, ਇੱਕ ਤੇਰੀ ਅੱਖ ਕਾਸ਼ਣੀ ਹੀਰੀਏ ਨੀ। ਇੱਕ ਤੇਰੀ ਲਾਲ ਘੱਗਰੀ ਨੀ ਸੋਹਣੀਏ। ਕੀ ਬਾਤ ਹੈ, ਕੀ ਬਾਤ ਹੈ। ਮੈਂ ਜਦੋਂ ਦਿੱਲੀ ਜਾਂਦਾ ਹੁੰਦਾ ਸੀਗਾ ਜੀ ਜੀ ਸਟਰਗਲ ਕਰਨ ਵਾਸਤੇ, ਉਦੋਂ ਇੱਕੋ ਹੀ ਕੰਪਨੀ ਸੀ ਜਿਹਨੂੰ ਕਹਿੰਦੇ ਸੀ HMV। ਉਹ ਉਸ ਵਿੱਚ ਜਿਹੜਾ ਕਲਾਕਾਰ ਗਾ ਲੈਂਦਾ ਸੀਗਾ ਉਹਨੂੰ ਕਹਿੰਦੇ ਸੀ ਇਹ ਪੱਕਾ ਕਲਾਕਾਰ ਆ। ਜਿਹੜੀ ਕੱਚੀਆਂ ਕੰਪਨੀ ਨੇ ਇਹ ਨਹੀਂ ਕਲਾਕਾਰ ਵਧੀਆ ਨੇ। ਉਹੀ ਕੱਪੜੇ ਪਾ ਕੇ ਆਪਾਂ ਨੇ ਜਾਣਾ ਤੇ ਉਹਨਾਂ ਨੇ ਕੱਪੜੇ ਦੇ ਕੇ ਮੈਨੂੰ ਵਾਪਸ ਕਰ ਦੇਣਾ। ਅੱਛਾ, ਕੰਪਨੀ ਵਾਲਿਆਂ ਨੇ ਬਿਨਾਂ ਸੁਣੇ ਜੀ। ਉਹ ਮੇਰੇ ਵਕਤ ਦੀ ਇੱਕ ਨਜ਼ਰ ਐਸੀ ਸੀਗੀ ਜਿਹੜੀ ਉਸ ਵਕਤ ਦੀ ਜਿਹੜੀ ਹਵਾ ਸੀ ਮੇਰੇ ਹੱਕ 'ਚ ਨਹੀਂ ਸੀਗੀ। ਉਹ ਗਾਣਾ ਤਾਂ ਇੱਕ ਸੰਗੀਤ, ਰੂਹ ਨਾਲ ਮਿਲਾਉਂਦਾ ਰਿਹਾ। ਰੂਹ ਨਾਲ ਵੀ ਨੇ। ਤੁਸੀਂ ਸੋਚੋ ਇਹ ਤੋਂ ਵੀ ਉੱਪਰ ਜਾਈਏ ਤਾਂ ਪ੍ਰਮਾਤਮਾ ਦਾ ਸਿੱਧਾ ਜਿਹੜਾ ਬੈਸਟ ਵੇ ਹੈ, ਸ਼ਾਰਟ ਵੇ ਹੈ ਪ੍ਰਮਾਤਮਾ ਨੂੰ ਮਿਲਾਉਣ ਦਾ, ਉਹ ਮਿਊਜ਼ਿਕ ਹੈ। ਤੁਹਾਡੇ ਗਾਣੇ 'ਚ ਹਰਕਤਾਂ ਬਹੁਤ ਹੈ, ਉਹਨਾਂ ਵਾਸਤੇ ਔਖਾ ਹੋ ਜਾਂਦਾ। ਨਹੀਂ, ਮੈਂ ਹਰਕਤ ਬਸ ਹਰਕਤ ਹੋਵੇ, ਨਜਾਇਜ਼ ਹਰਕਤ ਨਾ ਹੋਵੇ। ਸਾਦਾ ਗਾਣਾ, ਸਾਦਾ ਲਿਖਣਾ, ਸਾਦੇ ਰਹਿਣਾ ਇਹ ਬਹੁਤ ਮੁਸ਼ਕਲ ਹੈ। ਸਾਦਗੀ ਬਹੁਤ ਜ਼ਰੂਰੀ ਹੈ ਜੀ। ਸਾਦੀ ਜ਼ਿੰਦਗੀ ਜੀ ਕੇ ਦੇਖਣਾ। ਜੀ ਜੀ। ਕੁਛ ਨਹੀਂ ਹੋਏਗਾ। ਜਦੋਂ ਹਨੇਰੀ ਆਉਂਦੀ ਹੈ, ਤੂਫਾਨ ਆਉਂਦੇ ਨੇ, ਝੱਖੜ ਆਉਂਦੇ ਨੇ ਤੇ ਝੱਖੜ ਦੇ ਵਿੱਚ ਸਫੈਦੇ ਡਿੱਗਦੇ ਨੇ, ਛੋਟੇ ਤੀਲੇ ਨੂੰ ਕੁਛ ਨਹੀਂ ਹੁੰਦਾ। ਛੋਟੇ ਬਣ ਕੇ ਰਹੋ, ਛੋਟੇ ਤੀਲੇ ਨੂੰ ਕਦੇ ਫਰਕ ਨਹੀਂ ਕੋਈ ਪੈਂਦਾ, ਹਮੇਸ਼ਾ ਸਫੈਦੇ ਡਿੱਗਦੇ ਆ। ਅੱਜ ਕੱਲ ਜਿਹੜੇ ਕਲਾਕਾਰ ਹੁੰਦੇ ਆ, ਉਹ ਕਿਵੇਂ ਆ ਜਲੰਧਰ ਵਾਲੇ ਯਾਰ, ਉਹ ਤੁਹਾਨੂੰ ਤੁਹਾਡੇ ਫੈਨਸ ਨੇ, ਤੁਹਾਡੇ ਰੱਬ ਨੇ ਜੀ। ਤੁਸੀਂ ਉਹਨਾਂ ਨੂੰ ਓਏ ਕਹੋਗੇ ਰੱਬ ਨੂੰ? ਸਾਡਿਆਂ ਪੈਰਾਂ ਤੁਸੀਂ ਕੀ ਉੱਡਣਾ, ਬੈਗੀ ਦੂਰ ਕਿਤੇ ਆਲਣਾ ਬਣਾ। ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਨੀ, ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ, ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ। ਹਾਏ ਨੀ ਮੋਤੀਆਂ ਦੀ ਚੋਗ ਛੁਪਾ ਕੇ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤਾਨਿਆ। ਪੰਜਾਬੀ 뮤직 ਇੰਡਸਟਰੀ ਨੂੰ ਜਿਨ੍ਹਾਂ ਨੇ ਬਾ ਕਮਾਲ ਸੁਪਰ ਡੂਪਰ ਹਿੱਟ ਗਾਣੇ ਦਿੱਤੇ ਨੇ, ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ। ਇੱਕ ਅਜਿਹਾ ਪੰਜਾਬੀ ਸਿੰਗਰ ਜਿਹੜਾ ਵਸਦਾ ਹਰ ਕਿਸੇ ਦੇ ਦਿਲ ਦੇ ਅੰਦਰ, ਮੇਰੀ ਮੁਰਾਦ ਹੈ ਜਨਾਬ ਸਰਦੂਲ ਸਿਕੰਦਰ। ਨਿੱਘਾ ਸਵਾਗਤ ਹੈ ਜੀ ਤੁਹਾਡਾ ਦੈਨਿਕ ਸਵੇਰਾ ਤੇ। ਥੈਂਕ ਯੂ, ਮਿਹਰਬਾਨੀ ਤੁਹਾਡੀ। ਔਰ ਮੈਂ ਦੁਆ ਗਵਾ ਤੁਹਾਡੇ ਉਸ ਸਵੇਰਾ ਲਈ, ਦੈਨਿਕ ਸਵੇਰਾ ਲਈ, ਕਿ ਸਵੇਰੇ ਹਮੇਸ਼ਾ ਚੜ੍ਹਦੇ ਰਹਿਣ ਤੇ ਲੋਕਾਂ ਨੂੰ ਰੋਸ਼ਨੀ ਦਿੰਦੇ ਰਹਿਣ। ਇਸ ਤੋਂ ਪਹਿਲਾਂ ਇੰਟਰਵਿਊ ਦੀ ਸ਼ੁਰੂਆਤ ਹੋਵੇ, ਅਸੀਂ ਜਾਣਦੇ ਹਾਂ ਇਹ ਚਰਖਾ ਗਾਣਾ 2 ਲਾਈਨਾਂ ਲਾਈਵ ਹੋ ਜਾਣ। ਚਰਖਾ ਕਿਉਂ ਨਹੀਂ, ਚਰਖੇ ਦੋ ਹੀ ਮਸ਼ਹੂਰ ਹੋਏ ਨੇ, ਜਾਂ ਬਾਪੂ ਗਾਂਧੀ ਦਾ ਜਾਂ ਆਪਣਾ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਨੀ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਨੀ। ਇੱਕ ਤੇਰੀ ਅੱਖ ਕਾਸ਼ਣੀ ਸੋਹਣੀਏ, ਇੱਕ ਤੇਰੀ ਅੱਖ ਕਾਸ਼ਣੀ ਹੀਰੀਏ ਨੀ। ਇੱਕ ਤੇਰੀ ਲਾਲ ਘੱਗਰੀ ਨੀ ਸੋਹਣੀਏ। ਕੀ ਬਾਤ ਹੈ, ਕੀ ਬਾਤ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹਾਂਗੇ, ਜੋ ਤੁਹਾਡਾ ਨਾਮ ਹੈ ਜੀ ਸਰਦੂਲ ਸਿਕੰਦਰ, ਲੱਖਾਂ ਫੈਨਸ ਨੇ, ਇਹ ਨਾਮ ਤੁਹਾਨੂੰ ਕਿਵੇਂ ਮਿਲਿਆ? ਸਰਦੂਲ ਜਿਹੜਾ ਨਾਮ ਹੈ ਇਹ ਮੇਰੇ ਮਾਪਿਓ ਨੇ ਰੱਖਿਆ ਤੇ ਸਿਕੰਦਰ ਮੈਨੂੰ ਬਣਾਇਆ ਆਵਾਮ ਨੇ। ਸਿਕੰਦਰ ਮੈਨੂੰ ਮੇਰੇ ਵਿਊਜ਼ ਨੇ, ਮੇਰੇ ਦਰਸ਼ਕਾਂ ਨੇ, ਮੇਰੇ ਲਿਸਨਰਸ ਨੇ ਬੁਲਾਇਆ ਮੈਨੂੰ। ਅਸਲ ਦੇ ਵਿੱਚ ਜਿਹੜਾ ਸਰਦੂਲ ਲਫ਼ਜ਼ ਹੈ ਜੀ, ਇਹ ਫਾਰਸੀ ਦਾ ਲਫ਼ਜ਼ ਹੈ। ਇਹਦਾ ਨਾਮ ਹੈ ਸਾਰਦੂਲ। ਓਕੇ, ਸਾਰਦੂਲ ਮੈਨੇ ਬੱਬਰ ਸ਼ੇਰ। ਓ ਕੀ ਬਾਤ ਹੈ। ਤੇ ਉਹ ਇਸ ਕਰਕੇ ਘਰਦਿਆਂ ਨੇ ਤਾਂ ਨਹੀਂ ਇਸ ਕਰਕੇ ਸੋਚਿਆ ਹੋਣਾ ਵੀ ਬੱਬਰ ਸ਼ੇਰ ਕਰਕੇ। ਤੇ ਮਾਂ ਪਿਓ ਤਾਂ ਮੇਰੇ ਮਿਊਜ਼ੀਕਲ ਮਾਈਂਡਡ, ਉਹ ਤਾਂ ਬੜੇ ਸੌਫਟ ਮਾਈਂਡਡ ਹੁੰਦੇ ਆ। ਕੋਈ ਵੀ ਬੰਦਾ ਮਿਊਜ਼ੀਕਲ ਹੋਵੇ ਸੌਫਟ ਮਾਈਂਡਡ ਹੁੰਦਾ। ਉਹ ਸ਼ੇਰਾਂ ਸ਼ੁਰਾਂ ਦੇ ਨਾਮ ਨਹੀਂ ਰੱਖਦੇ, ਜਿਵੇਂ ਮੈਂ ਆਪਣੇ ਬੱਚਿਆਂ ਦਾ ਅੱਗੇ ਨਾਮ ਰੱਖਿਆ ਸਾਰੰਗ ਜੀ, ਅਲਾਪ। ਸਾਰੰਗ ਵੀ ਰਾਗ ਹੈ, ਸਾਰੰਗ ਤੋਂ ਜਿਹੜਾ ਪਹਿਲਾਂ ਆਪਾਂ ਆ ਕਰਦੇ ਆ ਉਹ ਅਲਾਪ ਹੁੰਦਾ। ਸੋ ਇਸ ਕਰਕੇ ਘਰਦਿਆਂ ਨੇ ਜਾਣ ਬੁੱਝ ਕੇ ਨਹੀਂ ਰੱਖਿਆ।
ਤੇ ਜਦੋਂ ਵੀ ਮੈਨੂੰ ਪਤਾ ਲੱਗਿਆ ਵੀ ਮੇਰਾ ਨਾਮ ਸਾਰਦੂਲ ਯਾਨੀ ਬੱਬਰ ਸ਼ੇਰ ਹੈ, ਉਦੋਂ ਤੋਂ ਮੈਂ ਬਹੁਤ ਡਰ ਕੇ ਰਹਿਣਾ ਤੇ ਬਚ ਕੇ ਰਹਿਣਾ। ਜੀ ਜੀ। ਸੋ ਜੇਕਰ ਗੱਲ ਕਰੀਏ ਕਿ ਸਿੰਗਿੰਗ ਦੀ ਜਿਹੜੀ ਸ਼ੁਰੂਆਤ ਹੈ ਉਹਦੇ ਵਿੱਚ ਸੰਘਰਸ਼ ਵੀ ਬਹੁਤ ਹੋਏਗਾ। ਜੀ ਬਿਲਕੁਲ। ਸਟਰਗਲ ਪੀਰੀਅਡ ਕਿੰਨਾ ਕੁ ਤੁਸੀਂ ਮਤਲਬ ਰਿਹਾ ਤੁਹਾਡੀ ਜ਼ਿੰਦਗੀ ਦੇ? ਬਲੀਵ ਕਰੋਗੇ ਜੀ, ਅੱਜ ਤੱਕ ਸਟਰਗਲ ਹੀ ਹੈ, ਕਿਉਂਕਿ ਇੱਕ ਹਾਈਟ ਤੇ ਪਹੁੰਚ ਜਾਣਾ ਦਿਸ ਇਜ਼ ਵੈਰੀ ਈਜ਼ੀ। ਰਾਈਟ। ਉਸ ਹਾਈਟ ਤੇ ਟਿਕੇ ਰਹਿਣਾ ਮੇਨਟੇਨ ਰਹਿਣਾ ਟੂ ਡਿਫਿਕਲਟ ਯਾ। ਹੈ ਨਾ। ਉਸ ਹਾਈਟ ਨੂੰ ਬਰਕਰਾਰ ਰੱਖਣ ਵਾਸਤੇ, ਉਸ ਜਗ੍ਹਾ ਨੂੰ ਬਰਕਰਾਰ ਰੱਖਣ ਵਾਸਤੇ ਤੁਹਾਨੂੰ ਬਹੁਤ ਉਸ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਉਸ ਤੋਂ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ, ਜਿਸ ਸਟਰਗਲ ਨਾਲ ਤੁਸੀਂ ਉਸ ਮੁਕਾਮ ਤੇ ਪਹੁੰਚੇ। ਜੀ। ਜਿਸ ਤੋਂ ਕਿਹੜੀਆਂ ਪਰੇਸ਼ਾਨੀਆਂ ਆਈਆਂ ਤੁਹਾਡੇ ਸਟਰਗਲ ਦੇ ਵਿੱਚ, ਜਾਂ ਅੱਜ ਤੋਂ ਮਤਲਬ 20 ਸਾਲ 30 ਸਾਲ ਪਹਿਲੇ ਚੱਲ ਜੇ ਉਸ ਟਾਈਮ ਤੇ? ਕਿੰਨਾ ਪ੍ਰੋਗਰਾਮ ਦਾ ਡਿਊਰੇਸ਼ਨ ਕਿੰਨੀ ਹੈ ਪ੍ਰੋਗਰਾਮ ਦੀ? ਇਹ ਲਾਈਵ ਚੱਲ ਰਿਹਾ ਜੀ। ਨਹੀਂ ਕਿੰਨੀ ਹੈ? ਇਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਹੈ, ਜਿੰਨਾ ਤੁਸੀਂ ਗੱਲ ਕਰੋਗੇ ਅਸੀਂ ਉਹਦੀ ਗੱਲ ਇਹਦੇ ਲਈ ਕਰਾਂਗੇ। 10-12 ਘੰਟੇ ਚਾਹੀਦੇ ਦੱਸਣ ਵਾਸਤੇ। ਇੱਕ 25 ਸਾਲ ਦੀ ਸਟਰਗਲ ਮੈਂ ਇੱਕ 5-10 ਮਿੰਟ ਦੇ ਵਿੱਚ ਨਹੀਂ ਐਕਸਪਲੇਨ ਕਰ ਜੀ ਜੀ। ਸਕਦਾ। ਕੋਈ ਅਜਿਹਾ ਲਮਹਾ ਜਿਹੜਾ ਨਾ ਭੁੱਲ ਸਕਦਾ ਕਦੀ ਵੀ? ਬੜੇ ਲਮਹੇ ਇੱਦਾਂ ਦੇ, ਐਸੇ ਹੀ ਲਮਹੇ ਨੇ ਜਿਹੜੇ ਕਦੇ ਵੀ ਨਹੀਂ ਭੁੱਲ ਸਕਦੇ, ਕਿਉਂਕਿ ਮੈਂ ਜਦੋਂ ਦਿੱਲੀ ਜਾਂਦਾ ਹੁੰਦਾ ਸੀਗਾ ਜੀ ਜੀ ਸਟਰਗਲ ਕਰਨ ਵਾਸਤੇ, ਉਦੋਂ ਇੱਕੋ ਹੀ ਕੰਪਨੀ ਸੀ ਜਿਹਨੂੰ ਕਹਿੰਦੇ ਸੀ HMV। ਉਹ ਉਸ ਵਿੱਚ ਜਿਹੜਾ ਕਲਾਕਾਰ ਗਾ ਲੈਂਦਾ ਸੀਗਾ ਉਹ ਉਹਨੂੰ ਕਹਿੰਦੇ ਸੀ ਇਹ ਪੱਕਾ ਕਲਾਕਾਰ ਹੈ। ਜਿਹੜੀ ਕੱਚੀਆਂ ਕੰਪਨੀ ਨੇ ਇਹਨੇ ਕਲਾਕਾਰ ਵਧੀਆ ਨੇ। ਮੈਂ ਉਸ ਕੰਪਨੀ ਤੱਕ ਪਹੁੰਚਣ ਵਾਸਤੇ ਬਹੁਤ ਜ਼ਿਆਦਾ ਸਟਰਗਲ ਕੀਤੀ। ਜੀ ਜੀ। ਤੇ ਰਾਤ ਨੂੰ ਇੱਥੋਂ ਇੱਕ ਨਿਊਜ਼ਪੇਪਰ ਦੀ ਗੱਡੀ ਜਾਂਦੀ ਸੀਗੀ ਦਿੱਲੀ ਨੂੰ, ਅੱਛਾ। ਮੈਟਾਡੋਰ ਕਹਿੰਦੇ ਸੀ ਉਦੋਂ। ਉਹ ਲੱਦੀ ਹੁੰਦੀ ਸੀਗੀ ਪੂਰੀ ਪੇਪਰ ਨਾਲ, ਉਹਨੇ 4 ਵਜੇ ਪੇਪਰ ਉੱਥੇ ਡਿਲੀਵਰ ਕਰਨਾ ਹੁੰਦਾ ਸੀਗਾ ਬੱਸ ਸਟੈਂਡ ਤੇ। ਮੈਂ ਉਸ ਵੈਨ ਦੇ ਵਿੱਚ ਬੈਠਣ ਲਈ ਜਗ੍ਹਾ ਨਹੀਂ ਸੀ ਹੁੰਦੀ, ਪੈ ਕੇ ਜਾਂਦਾ ਸੀਗਾ। ਅੱਛਾ। ਕਿਉਂਕਿ ਉਹਦੇ ਵਿੱਚ ਪੈਸੇ ਘੱਟ ਲੱਗਦੇ ਸੀਗੇ। ਓਕੇ। ਉਹ ਉਦੋਂ 30-35 ਰੁਪਏ ਦਿੱਲੀ ਦੇ ਲੱਗਦੇ ਹੁੰਦੇ ਸੀਗੇ ਤੇ ਉਹ ਵੀ ਨਹੀਂ ਸੀ ਹੁੰਦੇ ਕਿਰਾਏ ਵਾਸਤੇ। ਤੇ ਮੈਂ ਉਹਨੂੰ 10 ਰੁਪਏ ਦੇ ਕੇ ਪੈ ਕੇ ਚਲੇ ਜਾਣਾ। ਜੇ ਕਿਤੇ ਰਸਤੇ 'ਚ ਚਾਹ ਪੀਣੀ ਆ, ਵਾਸ਼ਰੂਮ ਜਾਣਾ, ਤੁਹਾਡੀ ਕੋਈ ਆਪਸ਼ਨ ਨਹੀਂ ਤੁਹਾਡੇ ਕੋਲ, ਜੇ ਉਹ ਕਿਤੇ ਰੁਕਣਗੇ ਤਾਂ ਤੁਸੀਂ ਰੁਕੋਗੇ। ਓਕੇ। ਤੇ ਫਿਰ ਬੱਸ ਸਟੈਂਡ ਚਲੇ ਜਾਣਾ ਦਿੱਲੀ, ਉੱਥੇ ਉਹਨਾਂ 4 ਵਜੇ ਮੈਨੂੰ ਡ੍ਰੌਪ ਕਰ ਦੇਣਾ ਬੱਸ ਸਟੈਂਡ। ਉੱਥੇ ਘਾਹ ਦੇ ਵਿੱਚ ਗਰਾਊਂਡ 'ਚ ਉੱਥੇ ਸੌ ਜਾਣਾ ਤੇ ਆ ਕੇ ਪੁਲਿਸ ਵਾਲਿਆਂ ਨੇ ਠੁੱਡੇ ਮਾਰਨੇ, ਉਠੋ ਰਾਤ ਕੋ ਪਕੜ ਮਾਰਤੇ ਹੋ, ਦਿਨ में आके सो जाते हो। तो ਫਿਰ ਉਦੋਂ ਕਿਹੜੇ ਕੱਪੜੇ ਪ੍ਰੈਸ ਹੁੰਦੇ ਸੀ, ਕਿੱਥੇ ਕਰਾਉਣੇ ਸੀ, ਕਿਵੇਂ ਕਰਾਉਣੇ ਸੀਗੇ, ਉਹੀ ਕੱਪੜੇ ਪਾ ਕੇ ਆਪਾਂ ਨੇ ਜਾਣਾ ਤੇ ਉਹਨਾਂ ਨੇ ਕੱਪੜੇ ਦੇ ਕੇ ਮੈਨੂੰ ਵਾਪਸ ਕਰ ਦੇਣਾ। ਅੱਛਾ। ਕੰਪਨੀ ਵਾਲਿਆਂ ਨੇ ਬਿਨਾਂ ਸੁਣੇ? बिना सुने। जी। मैं बड़ा जोर लाया भी सुन लो, मैंने सुनता लो। कहते सॉरी हम रिस्क नहीं ले सकते नए आर्टिस्टों के साथ। सो चलता रहा। फिर मैनू मैं एक इथों के पंजाब के आर्टिस्ट सीगे, उन्होंने नाल मैं एक तूंबी बजाउण वास्ते गया, करतार रमला जी उन्हों का नाम है। वो जो मैं तूंबी बजाउण वास्ते गया तो उदों रिकॉर्डिंग चलती सी। जो लंच टाइम होया तो मैं बाहर बरांडे च खड़ के गुणगुणाउण लग पिया। गाउण वाले दी अड्डी नहीं रहिंदी ना, गाउण वाले दी नੱਚਣ वाले दी अड्डी नहीं रहिंदी, गाउण वाले दा मूँह। कुछ ना कुछ बंदा गुणगुणाई जांदा है। वो गुणगुणाना शुरू किया, वो मजिशियंस ने सुन लिया, कहते ये आप गा रहे थे। मैं डर गया, मैं क्या कोई पंगा पै गया, मेरी आवाज़ लीकेज कितने होगी, उधर चली गई स्टूडियो च, उधर काम खराब हो गया होना। कहते नहीं नहीं आप ही गा रहे थे। मैं क्या हाँ जी सॉरी। कहते नहीं नहीं बहुत अच्छा गाते हैं, आओ अंदर। अंदर मैनू लै गए जी मेरे गुरु जी जनाब आहूजा साहब को, चरणजीत आहूजा साहब को। उन्होंने मैंने सुनिया, सुन के उन्होंने मैनेजर नूं बुलाया जिहड़ा मैनू वापस मोड़ रहा सीगा 10-15 वारी तो। उन्होंने बुलाया कि तुसी इहनूं रिकॉर्ड कर रहे हो या नहीं। वो कहते सर आपको पता है कि नए आर्टिस्टों के साथ रिस्क नहीं ले सकते। कहते मैंने पूछा ही नहीं ये रिस्क लेना है कि नहीं लेना, आप रिकॉर्ड कर रहे हो या नहीं कर रहे। कहते सॉरी सर हम नहीं कर सकते। उन्होंने अपने लैटर हेड चों मैनू कट के डेट दी रिकॉर्डिंग दी। वो फिर गाना सीगा रोडवेज दी लारी। ओके। वो रोडवेज दी लारी उदों रिकॉर्ड करी फिर। ਜੇ ਗੱਲ ਕਰੀਏ ਸਟੇਜ ਪਰਫਾਰਮੈਂਸ ਦੀ ਤੇ ਤੁਹਾਡੀ ਫਰਸਟ ਪੇਮੈਂਟ ਜੋ ਤੁਹਾਨੂੰ ਯਾਦ ਹੋਵੇ? ਜੀ ਮੈਨੂੰ ਕਦੇ ਭੁੱਲ ਹੀ ਨਹੀਂ ਸਕਦੀ। ਮੈਨੂੰ ਪਹਿਲੀ ਜਿਹੜੇ ਮੈਂ ਪਰਫਾਰਮ ਕੀਤਾ ਉਦੋਂ ਮੇਰੀ ਉਮਰ 7 ਸਾਲ ਦੀ ਸੀਗੀ। ਮੈਂ ਰਾਮਲੀਲਾ ਦੇ ਵਿੱਚ ਇੱਕ ਸ਼ਬਦ ਗਾਇਆ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ, ਤੇ ਉਹ ਤੇ ਮੈਨੂੰ 7 ਰੁਪਏ ਮਿਲੇ ਸੀਗੇ। ਹਾਂਜੀ। ਤੇ ਕਈ ਜਿਹੜੇ ਅਸੀਂ ਸੌਂਗ ਐਂਡ ਡਰਾਮਾ ਡਿਵੀਜ਼ਨ ਦੇ ਸ਼ੋਜ਼ ਕਰਦੇ ਸੀਗੇ, ਸਾਰੇ ਆਰਟਿਸਟ ਇੱਥੋਂ ਕਾਫੀ ਵੱਡੇ ਆਰਟਿਸਟ ਜਿਹੜੇ ਅੱਜ ਨਾਮਾਵਰ ਨੇ, ਅਸੀਂ ਸਾਰੇ ਰਲ ਕੇ ਉਹ ਸ਼ੋਅ ਕਰਦੇ ਸੀਗੇ। ਤੇ ਉਦੋਂ ਸਾਨੂੰ ਇੱਕ ਪ੍ਰੋਗਰਾਮ ਦੇ 250 ਰੁਪਏ ਮਿਲਦਾ ਸੀਗਾ, ਬਿਸਤਰਾ ਆਪਣਾ, ਖਾਣਾ ਆਪਣਾ, ਤੇ 250 ਰੁਪਏ ਤੁਹਾਨੂੰ ਪਰ ਸ਼ੋਅ ਮਿਲਣਾ। ਉਹ 2.5 ਦੇ ਵਿੱਚੋਂ ਤੁਸੀਂ ਨਿਚੋੜ ਲਓ ਤੇ ਪਾ ਲਓ। ਪਰ ਉਹ ਉਸ ਟਾਈਮ ਦੇ ਵਿੱਚ ਉਹ ਨੀਡ ਸੀਗੀ, ਬਹੁਤ ਲੋੜ ਸੀ ਉਸ 250 ਰੁਪਏ ਦੀ। ਉਸ ਟਾਈਮ ਦੇ ਵਿੱਚ ਉਹ 2.5 ਲੱਖ ਰੁਪਏ ਲੱਗਦਾ ਸੀਗਾ। ਸੋ ਅੱਜ ਤੱਕ
ਚਲੀ ਜਾ ਰਹੀ ਹੈ, ਸਟਰਗਲ ਚਲੀ ਜਾ ਰਹੀ ਹੈ, ਸਟਰਗਲ ਚਲੀ ਜਾ ਰਹੀ ਹੈ। ਜੇ ਉਸ ਟਾਈਮ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਸਪੋਰਟ ਕਿੰਨੇ ਕੀਤਾ ਸੀ ਉਦੋਂ? ਸਭ ਤੋਂ ਜ਼ਿਆਦਾ ਸਪੋਰਟ ਜੀ ਰੱਬ ਨੇ, ਤੇ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ, ਮੇਰੇ ਯਾਰਾਂ ਦੋਸਤਾਂ ਨੇ, ਤੇ ਜਿਨ੍ਹਾਂ ਨੇ ਮੈਨੂੰ ਘਰਦਿਆਂ ਤੋਂ ਚੋਰੀ ਕਰਾਇਆ, ਮੈਨੂੰ ਜਿੱਥਾ ਦਿੱਲੀ ਜਾਣ ਲਈ, ਜਲੰਧਰ ਆਉਣ ਵਾਸਤੇ ਦੂਰਦਰਸ਼ਨ ਤੇ ਸਭ ਤੋਂ ਵੱਧ ਤਾਂ ਉਹੀ ਨੇ ਜਿਹੜੇ ਮੇਰੇ ਪੁਰਾਣੇ ਦੋਸਤ ਸੀਗੇ ਉਸ ਟਾਈਮ ਦੇ, ਔਰ ਅੱਜ ਵੀ ਉਹੀ ਨੇ। ਤੇ ਮੇਰੇ ਪੇਰੈਂਟਸ, ਮੇਰੇ ਭੈਣ ਭਰਾ ਜਿਨ੍ਹਾਂ ਨੇ ਮੈਨੂੰ ਮਦਦ ਕੀਤੀ, ਮੈਨੂੰ ਹੋਰ ਟੈਨਸ਼ਨਾਂ ਨਹੀਂ ਪਾਈਆਂ, ਕਿਉਂਕਿ ਮੈਂ ਘਰ ਦੇ ਵਿੱਚ ਸਭ ਤੋਂ ਛੋਟਾ, ਤੇ ਸਟਰਗਲ ਵੀ ਮੇਰੇ ਤੇ ਆ ਗਈ। ਤੇ ਵੱਡੇ ਬ੍ਰਦਰ ਗਮਦੂਰ ਭਾਜੀ, ਉਹ ਗਾਇਕੀ ਦੇ ਵਿੱਚ ਰਹਿੰਦੇ ਸੀਗੇ 24 ਘੰਟੇ, ਉਹਨਾਂ ਨੂੰ ਘਰ ਦਾ ਨਹੀਂ ਸੀ ਪਤਾ ਹੁੰਦਾ ਵੀ ਘਰ ਕੀ ਕਰਨਾ ਹੈ, ਔਰ ਉਹਨਾਂ ਤੋਂ ਸੈਂਟਰ ਵਾਲੇ ਭਰਪੂਰ ਉਹ ਤਬਲਾ ਵਜਾਉਂਦੇ ਸੀਗੇ। ਮੇਰੇ ਸਿਰ ਜ਼ਿੰਮੇਵਾਰੀ ਆ ਗਈ, ਤੇ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਜਿਹੜਾ ਸਮਝ ਲਵੇ, ਤੇ ਮੈਂ ਸਮਝ ਲਈ, ਤੇ ਅੱਜ ਤੱਕ ਜ਼ਿੰਮੇਵਾਰੀ ਨਿਭਾ। ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ, ਉਸ ਟਾਈਮ ਤੇ ਕਿਸੇ ਨੇ ਮਦਦ ਕੀਤੀ ਹੋਵੇ, ਸਪੋਰਟ ਕੀਤੀ ਨਹੀਂ, ਸਪੋਰਟ ਸਦੀਕ ਸਾਹਿਬ ਮੈਨੂੰ ਲੈ ਕੇ ਗਏ ਕੰਪਨੀ 'ਚ ਇੱਕ ਦੋ ਵਾਰੀ, ਤੇ ਮੈਨੂੰ ਤੇ ਨੂਰੀ ਉਹਨਾਂ ਨੂੰ ਲੈ ਕੇ ਗਏ ਉਹ, ਪਰ ਉਹਨਾਂ ਨੂੰ ਸਾਡਾ ਗਾਣਾ ਪਸੰਦ ਨਹੀਂ ਆਇਆ ਕੰਪਨੀ ਨੂੰ। ਅੱਛਾ। ਤੇ ਉਸੇ ਕੰਪਨੀ ਦੇ ਵਿੱਚ ਜਦੋਂ ਚੱਲੇ ਤਾਂ ਫਿਰ ਜਿਹੜੇ ਡਾਇਰੈਕਟਰ ਸਾਹਿਬ ਦਾ ਕਸੂਰ ਨਹੀਂ ਸੀਗਾ, ਉਹ ਮੇਰੇ ਵਕਤ ਦਾ ਕਸੂਰ ਸੀ। ਉਹ ਮੇਰੇ ਵਕਤ ਦੀ ਇੱਕ ਨਜ਼ਰ ਐਸੀ ਸੀਗੀ ਜਿਹੜੀ ਉਸ ਵਕਤ ਦੀ ਜਿਹੜੀ ਹਵਾ ਸੀ ਮੇਰੇ ਹੱਕ 'ਚ ਨਹੀਂ ਸੀਗੀ ਉਹ। ਤੇ ਜੋ ਡਾਇਰੈਕਟਰ ਮੈਨੂੰ ਵਾਰ-ਵਾਰ ਰਿਫਿਊਜ਼ ਕਰਦੇ ਰਹੇ, ਮੈਨੂੰ ਇਗਨੋਰ ਕਰਦੇ ਰਹੇ, ਅਵੋਇਡ ਕਰਦੇ ਰਹੇ। ਇੱਕ ਦਿਨ ਆਇਆ, ਫਿਰ ਮੈਂ ਬੰਬੇ ਰਿਕਾਰਡਿੰਗ ਕਰ ਰਿਹਾ ਸੀਗਾ, ਉੱਥੇ ਇੱਕ ਬਹੁਤ ਵੱਡਾ ਅੰਪਾਇਰ ਸਟੂਡੀਓ ਹੈ, ਸਭ ਤੋਂ ਪੁਰਾਣਾ, ਲਤਾ ਜੀ ਉੱਥੇ ਹੀ ਰਿਕਾਰਡਿੰਗ ਕਰਦੇ ਸੀ। ਮੈਂ ਉੱਥੇ ਫਿਲਮ ਦੀ ਕਿਸੇ ਗਾਣੇ ਲਈ ਗਿਆ ਹੋਇਆ ਸੀਗਾ। ਉਹ ਮੈਨੇਜਰ ਸਾਹਿਬ ਬਾਹਰ ਮੇਰੀ ਵੇਟ ਕਰਦੇ ਸੀ ਬੈਠੇ 2.5 ਘੰਟੇ ਤੋਂ, ਜਿਨ੍ਹਾਂ ਨੇ ਮੈਨੂੰ 15 ਵਾਰੀ ਰਿਫਿਊਜ਼ ਕੀਤਾ। ਓਕੇ। ਔਰ ਜਦੋਂ ਮੈਂ ਬਾਹਰ ਆਇਆ ਤੇ ਉੱਠ ਕੇ खड़े हो गए, सर मैं आपकी वेट कर रहा था। मैं क्या आप मेरी वेट क्यों कर रहे हैं? नहीं आपसे बात करनी थी। मैं क्या सर आपने मेरे से क्या बात करनी है? ना तो मुझे गाना आता है, ना कोई मेरी ऐसी शक्ल सूरत है कि मैं वो दिखा के लोगों को गाना सुनाऊँ मैं अपना। नहीं शर्मिंदा मत करो, नहीं शर्मिंदा मत। मैं कहा जी शर्मिंदे की बात नहीं, आप कहना क्या चाहते हैं आप? कहते जी मैं रिकॉर्डिंग करना चाहता हूँ। मैं क्या सॉरी मैं नए मैनेजर के साथ रिकॉर्डिंग नहीं करता। मेरी कंपनी मेरी और मेरी जो कॉन्शियस मुझे अलाउ नहीं करती कि मैं नए आदमियों के साथ काम करूं। फिर मैं वापस आया, मैं लिफ्ट तो वापस आया तो मैं सॉरी किया मैं आई एम वेरी सॉरी, एक्सट्रीमली सॉरी। मैं ये गल कहना नहीं सी चाहता ਤੁਹਾਨੂੰ, ਪਰ ਮੈਂ ਤੁਹਾਡੇ ਡਾਇਲੌਗ ਤੁਹਾਨੂੰ ਯਾਦ ਕਰਾਂਗਾ ਤਾਂ ਕਿ ਤੁਸੀਂ ਅੱਗੇ ਕਿਸੇ ਵੀ ਨਵੇਂ ਕਲਾਕਾਰ ਨਾਲ ਇਦਾਂ ਦੇ ਰੂਡ ਬਿਹੇਵ ਨਾ ਕਰੋ। ਕਿਉਂਕਿ ਮੁਹੰਮਦ ਰਫੀ ਸਾਹਿਬ ਉਹ ਵੀ ਕਦੇ ਨਵੇਂ ਸੀਗੇ, ਲਤਾ ਮੰਗੇਸ਼ਕਰ ਜੀ ਉਹ ਵੀ ਕਦੇ ਨਵੇਂ ਸੀਗੇ। ਅੱਜ ਦੇ ਜਿਹੜੇ ਪੰਜਾਬ ਦੇ ਉਸ ਟਾਈਮ ਦੇ ਨਾਮਵਰ ਆਰਟਿਸਟ ਸੀਗੇ ਉਹ ਵੀ ਤਾਂ ਕਦੇ ਨਵੇਂ ਸੀ। ਮਾਂ ਦੇ ਪੇਟ ਤੋਂ ਕੌਣ ਸਟਾਰ ਬਣ ਕੇ ਆਉਂਦਾ, ਕੌਣ ਐਥਲੀਟ ਬਣ ਕੇ ਆਉਂਦਾ, ਕੌਣ ਸਿੰਗਰ ਬਣ ਕੇ ਆਉਂਦਾ। ਸਭ ਸਟਰਗਲ ਇੱਥੇ ਹੁੰਦੀ ਹੈ। ਗੱਲ ਤਾਂ ਹੁੰਦੀ ਹੈ ਵੀ ਕਿਸੇ ਦੇ ਮੌਕਾ ਦੇਣ ਦੀ, ਕਿਸੇ ਦੇ ਚਾਂਸ ਦੇਣ ਦੀ। ਸੋ ਚਾਂਸ ਮੈਨੂੰ ਗੁਰੂ ਜੀ ਨੇ ਦਿੱਤਾ, ਹੁਜਾ ਸਾਹਿਬ ਨੇ, ਤਾਂ ਮੈਂ ਲੋਕਾਂ ਦੇ ਸਾਹਮਣੇ ਆ। ਸੋ ਫਿਰ ਵੀ ਮੈਂ ਉਹਦੇ ਪੈਰੀਂ ਹੱਥ ਲਾ ਕੇ ਮਤਲਬ ਮਾਫੀ ਮੰਗੀ। ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਇੰਨਾ ਰੂਡ ਮੈਂ ਬਿਹੇਵੀਅਰ ਮੈਂ ਤੁਹਾਡੇ ਨਾਲ ਕਰਨਾ ਨਹੀਂ ਸੀ ਚਾਹੁੰਦਾ। ਇਹ ਤੁਹਾਡੇ ਡਾਇਲੌਗ ਤੁਹਾਨੂੰ ਯਾਦ ਕਰਵਾਏ ਨੇ ਜੀ। ਸੋ ਤੁਸੀਂ ਕਾਫੀ ਮੰਜੇ ਹੋਏ ਕਲਾਕਾਰ ਸੀਗੇ, ਫਿਰ ਵੀ ਲੋਕਾਂ ਨੇ ਤੁਹਾਨੂੰ ਮਨਾ ਕੀਤਾ ਪਹਿਲੇ? ਨਹੀਂ, ਮੰਜੇ ਹੋਏ ਕਲਾਕਾਰ ਤਾਂ ਅੱਜ ਵੀ ਨਹੀਂ ਹੈਗੇ ਅਸੀਂ। ਨਹੀਂ ਇਦਾਂ ਨਹੀਂ ਕਿਹਾ ਜਾ ਸਕਦਾ। ਗੁਰਬਾਣੀ 'ਚ ਲਿਖਿਆ ਧਰਤੀ ਹੋਰ ਪਰ ਹੈ ਹੋਰ ਜੀ। ਦੁਨੀਆ ਦੇ ਵਿੱਚ ਐਸੇ ਲੋਕ ਪਏ ਨੇ ਵੀ ਜਿਹੜੇ ਜਿੱਥੇ ਜਾ ਕੇ ਜਿਨ੍ਹਾਂ ਦੀ ਬੱਸ ਹੋ ਜਾਂਦੀ ਹੈ ਕਲਾਕਾਰਾਂ ਦੀ, ਕਿਸੇ ਐਥਲੀਟ ਦੀ, ਉੱਥੋਂ ਕਈ ਲੋਕ ਸ਼ੁਰੂ ਕਰਦੇ ਆ। ਬਿਲਕੁਲ। ਇਸ ਕਰਕੇ ਇਸ ਦਾ ਕੋਈ ਅੰਤ ਨਹੀਂ, ਇਹਦਾ ਕੋਈ ਥਾਂ ਨਹੀਂ ਹੈ, ਕੋਈ ਟਿਕਾਣਾ ਨਹੀਂ ਕਿਹੜੀ ਚੀਜ਼ ਕਿੱਥੇ ਅੰਤ ਹੈ ਇਹਦਾ। ਪਰ ਫਿਰ ਵੀ ਤੁਸੀਂ ਤਾਲੀਮ ਲਿੱਤੀ ਸੀਗੀ ਉੱਥੇ ਗਏ। ਸੋ ਅੱਜ ਕੱਲ ਦੇ ਬਾਲੀਵੁੱਡ ਦੀ ਗੱਲ ਕਰੀਏ, 뮤직 ਇੰਡਸਟਰੀ ਦੀ, ਕਈ ਬਿਨਾਂ ਸਿੱਖੇ ਹੀ ਆ ਜਾਂਦੇ ਨੇ, ਆਟੋ ਟਿਊਨ ਤੇ ਗਾਉਂਦੇ ਨੇ, ਉਹਨਾਂ ਵਾਸਤੇ ਲਾਈਵ ਗਾਣਾ ਔਖਾ ਹੋ ਜਾਂਦਾ ਜੀ। ਬਿਲਕੁਲ। ਸੋ ਕਿੰਨਾ ਕੁ ਫਾਇਦੇਮੰਦ ਹੈ ਤੇ ਕਿੰਨਾ ਕੁ ਨੁਕਸਾਨ ਦੇ ਸਮਝਦੇ ਹੋ ਆਟੋ ਟਿਊਨ? ਨੁਕਸਾਨ ਹੀ ਨੁਕਸਾਨ ਹੈ, ਸਿਰਫ ਨੁਕਸਾਨ ਹੈ। ਬਿਲਕੁਲ ਨੁਕਸਾਨ ਹੈ, ਫਾਇਦਾ ਕੋਈ ਨਹੀਂ। ਤੇ ਜਿਹੜੀ 2 ਦਿਨ ਦੀ ਮਸ਼ਹੂਰੀ ਮਿਲ ਜਾਂਦੀ ਕਿ ਇਹ ਸਿੰਗਰ ਦਾ ਗਾਣਾ ਬਹੁਤ ਹਿੱਟ ਹੋ ਰਿਹਾ ਜੀ, ਗਾਇਆ ਭਾਵੇਂ ਆਟੋ ਟਿਊਨ ਤੇ, ਉਹ 2 ਦਿਨ ਦੀ ਮਸ਼ਹੂਰੀ ਨਾਲੋਂ ਜਿਹੜੀ ਬਾਅਦ ਚ ਬਦਨਾਮੀ ਹੁੰਦੀ ਹੈ ਉਹ ਜ਼ਿਆਦਾ ਡੇਂਜਰ ਹੈ। ਜੀ। ਕਿਉਂਕਿ ਤੁਸੀਂ ਸਿੱਖ ਕੇ, ਮੈਂ ਹਰ ਇੰਟਰਵਿਊ ਦੇ ਵਿੱਚ ਇਹ ਗੱਲ ਕਰਦਾ ਹੁੰਦਾ, ਮੈਂ ਹਰ ਜਗ੍ਹਾ ਸਟੇਜ ਤੇ ਵੀ ਗੱਲ ਕਰਦਾ ਵੀ ਜੇ ਪ੍ਰਮਾਤਮਾ ਨੇ ਤੁਹਾਡੀ ਕਿਸਮਤ ਦੇ ਵਿੱਚ ਸ਼ੋਹਰਤ, ਇੱਜ਼ਤ, ਪੈਸਾ, ਦੇਸ਼ ਵਿਦੇਸ਼ ਦੀ ਟਰੈਵਲਿੰਗ ਲਿਖੀ ਹੋਈ ਹੈ ਤਾਂ ਤੁਹਾਨੂੰ ਉਹ ਮਿਲਣੀ ਹੈ। ਬਿਲਕੁਲ। ਵਾਈ ਨਾਟ ਤੁਸੀਂ ਉਹਨੂੰ ਸਿੱਖ ਕੇ ਕਰੋ ਸਾਰਾ।
ਕਿਉਂ ਨਹੀਂ ਸਿੱਖ ਕੇ ਕਰਦੇ? ਜਾਂ ਤਾਂ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ, ਜਾਂ ਪਰਮਾਤਮਾ ਤੇ ਭਰੋਸਾ ਨਹੀਂ, ਜਾਂ ਆਵਾਮ ਤੇ ਭਰੋਸਾ ਨਹੀਂ। ਕਿਉਂ ਕਰਨਾ ਪੈਂਦਾ ਮਤਲਬ ਸਿੰਗਰ ਨੂੰ ਅੱਜ ਕੱਲ੍ਹ ਫਿਰ? ਬਸ ਸੋਚਦੇ ਵੀ 2 ਦਿਨ ਕਮਾ ਲਈਏ, ਸ਼ੋਹਰਤ ਹੋ ਜਾਵੇ। ਉਹ ਜਿਵੇਂ ਵੱਡੇ ਸਟਾਰ ਨੇ, ਗੁਰਦਾਸ ਮਾਨ ਸਾਹਿਬ ਨੇ, ਹੰਸ ਜੀ ਨੇ, ਔਰ ਥੋੜਾ ਬਹੁਤ ਮੈਂ ਵੀ ਕਿਤੇ ਹੋਊਂਗਾ, ਜਾਂ ਹੋਰ ਆਰਟਿਸਟ ਨੇ ਵੱਡੇ, ਉਹ ਦੇਖਦੇ ਕੁੜੀਆਂ ਆਟੋਗ੍ਰਾਫ ਲੈ ਰਹੀਆਂ ਨੇ, ਮਰਸੀਡੀਜ਼ ਗੱਡੀਆਂ ਲੈ ਫਿਰਦੇ ਆ, ਤੇ ਜੋ साज से निकली है वो तो सबने सुनी है, जो साज पे गुजरी है किसको पता है जी। ਉਹ ਲੋਕ ਸਾਡੀ ਸਟਰਗਲ ਨਹੀਂ ਦੇਖਦੇ, ਉਹ ਸਾਡੇ ਕੋਲ ਮਰਸੀਡੀਜ਼ ਗੱਡੀਆਂ ਦੇਖ ਲੈਂਦੇ ਨੇ, ਔਰ ਦੇਖ ਲੈਂਦੇ ਨੇ ਬੜੇ ਇਹਨਾਂ ਦੀਆਂ ਫੋਟੋ ਸੈਲਫੀਆਂ ਹੋ ਰਹੀਆਂ ਨੇ, ਫੋਟੋਆਂ ਖਿੱਚ ਹੋ ਰਹੀਆਂ ਨੇ। ਨਹੀਂ, ਇਹ ਤਾਂ ਬਹੁਤ ਤਪਣਾ ਪੈਂਦਾ ਹੈ, ਕਿਉਂਕਿ ਸੋਨਾ ਜਿਹੜਾ ਹੈ ਨਾ, ਉਹਨੂੰ ਜਿੰਨਾ ਪੱਠੀ ਚੋਂ ਤਪੇਗਾ ਉਹਨਾਂ ਸ਼ਾਈਨ ਕਰੇਗਾ, ਉਹਨਾਂ ਚੰਗਾ ਹੋਏਗਾ। ਅੱਜ ਦਾ ਸਟਾਰ ਕਹਿੰਦਾ ਓਹੋ 6 ਵਜ ਗਏ, ਮੇਰਾ ਗਾਣਾ ਨਹੀਂ ਚੱਲਿਆ ਅਜੇ ਤੱਕ, ਮੈਂ ਸਟਾਰ ਨਹੀਂ ਬਣਿਆ ਅਜੇ ਤੱਕ, ਓਹੋ 6 ਤਾਂ ਵੱਜ ਗਏ। ਨਹੀਂ, ਇਦਾਂ ਨਹੀਂ ਹੁੰਦਾ। ਜਿੰਨਾ ਤੁਸੀਂ ਹੰਡ ਕੇ ਆਓਗੇ, ਮੰਝ ਕੇ ਆਓਗੇ, ਉਨੀ ਦੇਰ ਤੁਸੀਂ ਰਾਜ ਕਰੋਗੇ। ਤੁਸੀਂ ਅੱਜ ਲਤਾ ਜੀ ਦੇ ਗਾਣੇ ਸੁਣੋ, ਤੁਹਾਨੂੰ ਲੱਗਣਗੇ ਇੱਕ ਕੱਲ ਹੀ ਗਾਣਾ ਆਇਆ। ਬਿਲਕੁਲ। ਰਫੀ ਸਾਹਿਬ ਦੇ ਗਾਣੇ ਸੁਣਨ ਲੱਗੇ ਕੱਲ ਹੀ ਆਇਆ। ਮੁਕੇਸ਼ ਜੀ ਦੇ ਗਾਣੇ ਸੁਣੋ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੀ ਦੇ ਗਾਣੇ ਸੁਣੋ, ਲਾਲਚੰਦ ਯਬਲਾ ਜੱਟ ਜੀ ਦੇ ਸੁਣੋ, ਤੁਸੀਂ ਨਰਿੰਦਰ ਬੀਬਾ ਜੀ ਦੇ ਗਾਣੇ ਸੁਣੋ, ਮੁਹੰਮਦ ਸਦੀਕ ਸਾਹਿਬ ਦੇ ਸੁਣੋ, ਮਾਨਕ ਸਾਹਿਬ ਦੇ ਸੁਣੋ, ਤੁਹਾਨੂੰ ਲੱਗੇ ਅੱਜ ਹੈ, ਕਿਉਂਕਿ ਉਹ ਗੱਲ ਰੂਹ ਤੋਂ ਉਪਜੀ ਹੋਈ ਹੈ, ਉਹ ਫਰੈਸ਼ਨੈਸ ਆ ਜਾਂਦੀ ਉਹ ਗਾਣੇ ਦੇ ਵਿੱਚ। ਕਿਉਂਕਿ ਉਹ ਗੱਲ ਰੂਹ ਤੋਂ ਉਪਜੀ ਹੋਈ ਹੈ, ਉਹ ਰੂਹ ਨਾਲ ਬਣੇ ਹੋਏ ਨੇ ਗਾਣੇ। ਅੱਜ ਜ਼ਮਾਨੇ ਨੂੰ ਦੇਖ ਦੇਖ ਕੇ ਗਾਣੇ ਬਣਦੇ ਆ। ਉਹ ਫਲਾਣੇ ਨੇ 에ਅਰਪੋਰਟ ਦਾ ਗਾਣਾ ਕੱਢ ਲਿਆ, ਆਪਾਂ ਵੀ ਕੱਢ ਲਈਏ। ਉਹ ਫਲਾਣੇ ਨੇ ਜਹਾਜ਼ ਦਾ ਗਾਣਾ ਕੱਢਿਆ, ਆਪਾਂ ਵੀ ਕੱਢ ਲਈਏ। ਮੈਂ ਇੱਕ ਐਸਾ ਗਾਣਾ ਸੁਣਿਆ, ਕਹਿੰਦਾ ਰੱਬ ਕਰਕੇ ਨਹੀਂ ਤੂੰ ਚੱਲੀਆਂ ਕੈਨੇਡਾ ਨੂੰ, ਤੇਰਾ ਜਹਾਜ਼ ਕ੍ਰੈਸ਼ ਹੋ ਗਿਆ। ਉਹ ਭਰਾਵਾ, ਉਹ 250 ਬੰਦੇ ਦਾ ਕੀ ਕਸੂਰ ਹੈ, 300 ਬੰਦੇ ਦਾ ਕੀ ਕਸੂਰ ਹੈ, ਉਹ ਕੱਲੀ ਪਿੱਛੇ, ਉਹਨੂੰ ਕਿਉਂ ਮਾਰ ਰਿਹਾ ਨਾਲ ਤੋਂ? ਮਤਲਬ ਲੋਕਾਂ ਨੂੰ ਲੌਜਿਕ ਨਹੀਂ ਪਤਾ ਵੀ ਅਸੀਂ ਜੇ ਕਿਸੇ ਨੂੰ ਤੰਜ਼ ਵੀ ਕਰਨਾ ਤਾਂ ਤੰਜ਼ ਵੀ ਕਿਵੇਂ ਕਰਨਾ। ਤੇ ਲਿਖਾਰੀ ਦੀ ਵੀ ਗਲਤੀ ਹੋ ਗਈ ਗਾਇਕ ਦੇ ਨਾਲ। ਬਿਲਕੁਲ ਹੈਗੀ ਹੈ। ਦੇਖੋ ਨਾ, ਲਿਖਾਰੀ ਤੁਹਾਡੇ ਕੋਲ ਗਾਣਾ ਲੈ ਕੇ ਆਉਂਦਾ, ਉਹ ਤੁਸੀਂ ਤੁਹਾਡੀ ਇਮੇਜ ਨੂੰ ਸੂਟ ਕਰਦਾ ਕਿ ਨਹੀਂ ਕਰਦਾ, ਤੁਸੀਂ ਦੇਖਣਾ। ਤੁਸੀਂ ਗਰੋਸਰੀ ਸਟੋਰ ਜਾਂਦੇ ਹੋ, ਉੱਥੇ ਤੁਹਾਨੂੰ ਤੇਜ਼ਾਬ ਵੀ ਮਿਲਦਾ ਹੈ, ਨੀਲਾ ਥੋਥਾ ਵੀ ਮਿਲਦਾ ਹੈ, ਤੁਹਾਨੂੰ ਫਰਨਾਇਲ ਵੀ ਮਿਲਦੀ ਹੈ, ਤੁਹਾਨੂੰ ਮਿਸ਼ਰੀ ਵੀ ਮਿਲਦੀ ਹੈ, ਤੁਹਾਨੂੰ ਚੀਨੀ ਵੀ ਮਿਲਦੀ ਹੈ, ਤੁਹਾਨੂੰ ਚਾਕਲੇਟ ਵੀ ਮਿਲਦਾ, ਬੋਰਨਵੀਟਾ ਵੀ ਮਿਲਦਾ ਹੈ। ਪਰ ਤੁਸੀਂ ਆਪਣੇ ਬੱਚਿਆਂ ਲਈ ਦੁੱਧ ਵਿੱਚ ਪਾਉਣ ਲਈ ਕਦੇ ਤੁਸੀਂ ਫਰਨਾਇਲ ਲਿਆਂਦੀ? ਬਿਲਕੁਲ ਬਿਲਕੁਲ, ਸਮਝ ਗਿਆ। ਅਸੀਂ ਬੋਰਨਵੀਟਾ ਹੀ ਲੈ ਕੇ ਆਉਂਦੇ ਹਾਂ। ਅੱਜ ਵੀ ਇਹ ਦੁਕਾਨਦਾਰੀ ਜਿਹੜੀ ਗਾਇਕੀ ਦੀ, ਸਿੰਗਿੰਗ ਦੀ, ਇਹ ਸ਼ੋਰੂਮ ਹੈ ਗਰੋਸਰੀ ਦਾ। ਇਹ ਤੁਸੀਂ ਦੇਖਣਾ ਕਿ ਤੁਹਾਡੇ ਬੱਚਿਆਂ ਦੀ ਸਿਹਤ ਕਿਸ ਚੀਜ਼ ਨਾਲ ਠੀਕ ਹੋਏਗੀ, ਉਹ ਖਰੀਦ ਕੇ ਲੈਣਾ। ਗਾਣਾ ਵੀ ਉਹੀ ਸੁਣੋ ਜਿਹੜਾ ਹੈਲਥੀ ਹੋਵੇ, ਪੋਇਟਰੀ ਵੀ ਉਹ ਸੁਣੋ ਜਿਹੜੀ ਹੈਲਥੀ ਹੋਵੇ। ਉਹ ਨਾ ਹੋਵੇ ਤੁਹਾਡੇ ਬੱਚੇ ਉਹੀ ਗਾਣੇ ਤੁਹਾਨੂੰ ਖਾ ਖਾ ਕੇ ਸੁਣਾਉਣ ਜਿਨ੍ਹਾਂ ਨੂੰ ਤੁਹਾਨੂੰ ਸ਼ਰਮ ਆ ਜਾਵੇ। ਜੀ ਜੀ, ਇਹਨਾਂ ਨੂੰ ਲਾਈਵ ਵੀ ਨਹੀਂ ਫਿਰ ਉਹ ਗਾ ਸਕਦਾ ਸਿੰਗਰ ਜਿਹੜਾ ਆਟੋ ਟਿਊਨ ਤੇ ਹੈ, ਸੀਡੀ ਤੇ ਗਾਏਗਾ। ਕਿਉਂਕਿ ਜੀ ਇੱਕ ਇਹ ਆਟੋ ਟਿਊਨ ਜਿਹੜੀ ਹੈ, ਇਹਨਾਂ ਨੂੰ ਤਾਂ ਸਵੇਰੇ ਉੱਠ ਕੇ ਪੂਜਾ ਕਰਨੀ ਚਾਹੀਦੀ ਹੈ ਆਰਟਿਸਟਾਂ ਨੂੰ, ਕਿਉਂਕਿ ਰੋਜ਼ੀ ਰੋਟੀ ਦਿੱਤੀ ਉਹਨੂੰ ਆਟੋ ਟਿਊਨ ਮੈਲਾਡੋਨ, ਉਹਦੇ ਲਈ ਕੰਪਿਊਟਰ ਰੱਬ ਹੈ। ਮੈਲਾਡੋਨ ਇੱਕ ਸੌਫਟਵੇਅਰ ਹੈ, ਉਹਨਾਂ ਲਈ ਕੰਪਿਊਟਰ ਰੱਬ ਹੈ। ਉਹ ਸਵੇਰੇ ਉੱਠ ਕੇ ਪੂਜਾ ਕਰਨ, ਬਾਕੀ ਸਿੰਗਰ ਮਾਂ ਸਰਸਵਤੀ ਦੀ ਪੂਜਾ ਕਰਨ, ਉਹ ਆਟੋ ਟਿਊਨ ਦੀ ਪੂਜਾ ਕਰਨ, ਕਿਉਂਕਿ ਆਟੋ ਟਿਊਨ ਨੇ ਤੁਹਾਡੇ ਨਾਲ ਸਟੇਜ ਤੇ ਨਹੀਂ ਨਿਭਣਾ। ਉਹਨਾਂ ਨੇ, ਉਹ ਤੁਹਾਡੇ ਸਟੂਡੀਓ ਤੱਕ ਹੈ, ਉਹ ਤੁਹਾਡੀ ਮਨ ਦੀ ਤਸੱਲੀ ਤੱਕ। ਮੈਂ ਬਹੁਤ ਵਧੀਆ ਗਾਇਆ। ਜਿਹੜਾ ਮੈਲਾਡੋਨ ਜਿਹੜੀ ਸੌਫਟਵੇਅਰ ਹੈ ਜਿਹੜਾ, ਉਹਦੇ ਵਿੱਚ ਤੁਸੀਂ ਇੱਕ ਬੱਚੇ ਨੂੰ ਰਵਾ ਦਿਓ, ਤੁਸੀਂ ਬਾਅਦ ਚ ਉਹ ਮੈਲਾਡੋਨ ਉਹਦੇ ਵਿੱਚ ਜਿਹੜੇ ਜਿਸ ਰਾਗ 'ਚ ਤੁਸੀਂ ਬੱਚੇ ਨੂੰ ਗਾਉਣਾ ਚਾਹੁੰਦੇ ਹੋ ਉਹ ਸੁਰ ਫੀਡ ਕਰ ਦਿਓ ਉਹਦੇ ਵਿੱਚ। ਅੱਛਾ, ਬੱਚਾ ਵੀ ਉਸ ਰਾਗ 'ਚ ਗਾਏਗਾ। ਮੈਂ ਮਾਫੀ ਚਾਹੁੰਦਾ, ਮੈਂ ਕੋਈ ਵੱਡਾ ਸਿੰਗਰ ਨਹੀਂ ਹੈਗਾ, ਮੈਂ ਕੋਈ ਬਹੁਤ ਗੰਧਰਵ ਨਹੀਂ ਹੈਗਾ। ਮੈਂ ਵੀ ਮੇਰੀ ਵੀ ਗਾ ਕੇ ਰੋਜ਼ੀ ਰੋਟੀ ਦਾ ਹੀ ਮਸਲਾ ਹੈ ਜਿਹੜਾ ਮੈਂ। ਪਰ ਫਿਰ ਵੀ ਇੰਨੇ ਸਾਲ ਦਾ ਤਜਰਬਾ ਤੁਹਾਡਾ ਜਿਹੜਾ ਬੋਲ ਰਿਹਾ ਜੀ। ਪਰ ਮੈਂ ਚਾਹੁੰਦਾ ਵੀ ਤੁਸੀਂ ਸਿੱਖ ਕੇ ਆਵੋ ਤਾਂ ਬਹੁਤ ਚੰਗਾ ਹੈ। ਜੀ ਜੀ, ਤੁਸੀਂ ਦੇਰ ਤੱਕ ਟਿਕੇ ਰਹੋਗੇ, ਜੇ ਨਹੀਂ ਤਾਂ ਫਿਰ ਜਿੰਨੀ ਦੇਰ ਦਿਸਦਾ ਉਨੀ ਦੇਰ ਵਿਕਦਾ। 4 ਦਿਨ ਦੀ ਚਾਨਣੀ, ਫਿਰ ਹਨੇਰੀ ਰਾਤ, ਫਿਰ ਅੰਧੇਰੀ ਰਾਤ। ਜਿੰਨੀ ਦੇਰ ਟੀਵੀ ਤੇ ਦਿਸਦੇ ਰਹੋਗੇ ਉਨੀ ਦੇਰ ਵਿਕਦੇ ਰਹੋਗੇ। ਜੀ, ਟੀਵੀ ਤੋਂ ਆਫ ਹੋਏ, ਲੋਕਾਂ ਦੇ ਮਨਾਂ ਤੋਂ ਵੀ ਆਫ ਹੋਏ। ਇੱਕ ਅੱਜ ਕੱਲ ਫੇਕ ਵਿਊਜ਼ ਦਾ ਵੀ ਬੜਾ ਜ਼ਮਾਨਾ ਆਟੋ ਟਿਊਨ ਦੇ ਨਾਲ। ਜੇ ਕਿਸੇ ਦੇ ਮਿਲੀਅਨ ਵਿਊਜ਼ ਹੈ ਤਾਂ ਉਹ ਸਿੰਗਰ ਹਿੱਟ ਹੈ, ਜੇ ਨਹੀਂ ਹੈ ਤੇ ਸਿੰਗਰ ਹਿੱਟ ਨਹੀਂ ਹੈ, ਜੋ ਉਹਨਾਂ ਦੀ ਥਿੰਕਿੰਗ ਹੈ। ਬਿਲਕੁਲ, ਤੁਸੀਂ ਆਪ ਦੇਖੋ ਜੀ ਕਿ ਜਿਸ ਬੰਦੇ ਦੇ 10 ਮਿਲੀਅਨ ਵਿਊਜ਼ ਨੇ, ਪ੍ਰੋਗਰਾਮ ਇੱਕ ਨਹੀਂ ਉਹਦੇ ਕੋਲ। 10 ਲੱਖ ਬੰਦੇ ਦੇ ਵਿੱਚੋਂ 10 ਜਾਂ 10 ਮਿਲੀਅਨ ਦੇ ਵਿੱਚੋਂ ਉਹ ਇੱਕ 10,000 ਬੰਦਾ ਵੀ ਨਹੀਂ ਜਿਹੜਾ ਉਹਦਾ ਸ਼ੋਅ ਕਰਾ ਸਕੇ ਜੀ। ਇੰਨਾ ਤਾਂ ਉਹਦੇ ਉਪਾਸ਼ਕ ਹੋਣਗੇ, ਪਰ ਉਹ ਨਹੀਂ, ਕਿਉਂਕਿ ਉਹ ਉਹਨਾਂ ਦੇ ਵਿਊਜ਼ ਹੈ ਹੀ ਨਹੀਂ। ਜੇ ਵਿਊਜ਼ 10,000 ਵੀ ਹੋਣ ਨਾ, ਤਾਂ 10,000 ਦੇ ਵਿੱਚੋਂ 10 ਬੰਦੇ ਵੀ ਤੁਹਾਡੇ ਸ਼ੋਅ ਕਰਾਉਂਦੇ ਆ। ਜੀ 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 ਜੀ। ਪਰ ਇਹ ਸਾਡੇ ਕਲਾਕਾਰ ਭਰਾ ਜਿਹੜੇ ਆ ਨਾ, ਉਹ ਕਹਿੰਦੇ ਜੀ ਮੇਰੇ ਗਾਣੇ ਦੇ 4 ਮਿਲੀਅਨ 5 ਮਿਲੀਅਨ ਓਵਰਨਾਈਟ ਹੋ ਗਏ।
ਉਹ ਯਾਰ ਲੋਕ ਵਿਹਲੇ ਆ ਇਸੇ ਕੰਮ ਤੇ ਨੇ। ਉਹ ਜਿਹੜੇ 4 ਮਿਲੀਅਨ ਨੇ ਉਹਨਾਂ ਵਿੱਚੋਂ 2 ਮਿਲੀਅਨ ਤਾਂ ਹਸਪੀਟਲਾਂ 'ਚ ਬੈਠੇ ਨੇ, ਮਿਲੀਅਨ ਧਰਨਿਆਂ ਤੇ ਬੈਠੇ ਨੇ, ਤੇ ਮਿਲੀਅਨ ਜਿਹੜੇ ਫੋਨ ਅਫੋਰਡ ਨਹੀਂ ਕਰ ਸਕਦੇ, ਉਹ ਕਿੱਥੋਂ ਆਏ ਵਿਊਜ਼? ਕਿਉਂਕਿ ਇਹ ਗਰੁੱਪ ਬਣੇ ਹੋਏ ਨੇ, ਜਿਵੇਂ ਕੋਈ ਇੰਸਟੀਚਿਊਟਸ ਨੇ ਔਰ ਯੂਨੀਵਰਸਿਟੀਜ਼ ਨੇ, ਉਹਨਾਂ ਨੇ ਆਪਣੇ ਗਰੁੱਪ ਬਣਾਏ ਹੋਏ ਨੇ। ਤੁਸੀਂ ਉਹਨੂੰ ਸਿੱਧੇ ਜਾ ਕੇ ਪੈਸੇ ਫੜਾਓ ਤੇ 25 ਪੈਸੇ ਦੀ ਕਲਿੱਕ ਇੱਕ ਜਿੰਨੇ ਮਰਜ਼ੀ ਕਰੋ। ਬਿਲਕੁਲ ਬਿਲਕੁਲ। ਕੀ ਫਾਇਦਾ ਇਹਨਾਂ ਚੀਜ਼ਾਂ ਦਾ? ਆਪਣੇ ਦਿਲ ਨੂੰ ਤਰਵਾਸ ਦੇਣ ਦੀ ਗੱਲ ਹੈ। ਗੱਲ ਤਾਂ ਇਹ ਹੈ ਵੀ ਤੁਹਾਡੇ ਕੋਲ ਪ੍ਰੋਗਰਾਮਾਂ ਦਾ ਵੇਲ ਨਾ ਹੋਵੇ, ਵਿਊਜ਼ ਤੁਹਾਡੇ ਭਾਵੇਂ 5 ਹੋਣ ਪਰ ਅਸਲ ਹੋਣ। ਤੁਸੀਂ ਦੇਖੋ ਉਹਦੇ ਵਿੱਚ ਵਿਊਜ਼ ਤੁਹਾਡਾ 5 ਲੱਖ ਮਤਲਬ ਮਿਲੀਅਨ 5 ਮਿਲੀਅਨ ਲਾਈਕਸ ਤੇ ਕਮੈਂਟਸ ਘੱਟ, ਲਾਈਕਸ ਕਮੈਂਟ ਤੇ ਸ਼ੇਅਰ ਤੁਸੀਂ ਦੇਖੋ ਕਿੰਨੇ ਨੇ। ਉਹ ਯਾਰ ਕਿਸ ਜ਼ਿੰਦਗੀ 'ਚ ਤੁਸੀਂ ਜਿਉਣਾ ਚਾਹੁੰਦੇ ਹੋ? ਕਿਹਨੂੰ ਦਿਖਾਉਣਾ ਚਾਹੁੰਦੇ ਹੋ? ਇਹ ਝੂਠ ਸਾਰਾ ਬੋਲ ਕੇ, ਇਹ ਜਿੰਨਾ ਤੁਸੀਂ ਝੂਠ ਬੋਲਦੇ ਹੋ ਤੁਹਾਡੇ ਗਾਣੇ 'ਚ ਆ ਰਿਹਾ ਸਾਰਾ ਝੂਠ, ਤੁਹਾਡੀ ਜ਼ਿਹਨੀਅਤ 'ਚ ਆ ਰਿਹਾ, ਤੁਹਾਡੀ ਆਤਮਾ 'ਚ ਆ ਰਿਹਾ, ਕਿਉਂਕਿ ਗਾਣਾ ਆਤਮਾ ਦੀ ਚੀਜ਼ ਹੈ। ਬਿਲਕੁਲ। ਤੁਸੀਂ ਦੇਖੋ ਕਿੰਨਾ ਪ੍ਰੈਕਟੀਕਲ, ਕਿੰਨੀ ਚੀਜ਼ ਪ੍ਰੈਕਟੀਕਲ ਹੈ ਕਿ ਜੇ ਅਸੀਂ ਬਹੁਤ ਉਦਾਸ ਹੁੰਦੇ ਹਾਂ ਤਾਂ ਵੀ ਗਾਣੇ ਸੁਣਦੇ ਹਾਂ, ਜੇ ਅਸੀਂ ਖੁਸ਼ ਹੁੰਦੇ ਹਾਂ ਤਾਂ ਵੀ ਗਾਣੇ ਸੁਣਦੇ ਹਾਂ। ਜੀ। ਇਹ ਗਾਣਾ ਤਾਂ ਬਹੁਤ ਪਵਿੱਤਰ ਚੀਜ਼ ਹੈ। ਬਿਲਕੁਲ। ਗਾਣਾ ਤਾਂ ਇੱਕ ਸੰਗੀਤ, ਰੂਹ ਨਾਲ ਮਿਲਾਉਂਦਾ ਜੀ, ਰੂਹ ਨਾਲ ਵੀ ਨੇ। ਤੁਸੀਂ ਸੋਚੋ ਇਹ ਤੋਂ ਵੀ ਉੱਪਰ ਜਾਈਏ ਤਾਂ ਪ੍ਰਮਾਤਮਾ ਦਾ ਸਿੱਧਾ ਜਿਹੜਾ ਬੈਸਟ ਵੇ ਹੈ, ਸ਼ਾਰਟ ਵੇ ਹੈ ਪ੍ਰਮਾਤਮਾ ਨੂੰ ਮਿਲਾਉਣ ਦਾ, ਉਹ ਮਿਊਜ਼ਿਕ ਹੈ। ਜੇ ਆਪਾਂ ਕਹਿੰਦੇ ਸਵਰ ਸੰਗੀਤ, ਸਵਰ ਸੰਗੀਤ ਇੱਕ, ਪਰ ਇਹਦੀ ਫੁੱਲ ਫਾਰਮ ਜਿਹੜੀ ਹੈ ਮੇਰੇ ਅਕੋਰਡਿੰਗ, ਬਟ ਆਈ ਐਮ ਨਾਟ ਲਾਸਟ ਅਥਾਰਟੀ ਆਫ ਦਾ ਵਰਡ, ਮੈਂ ਕੋਈ ਲਾਸਟ ਅਥਾਰਟੀ ਨਹੀਂ, ਮੈਂ ਜੋ ਕਹਿਣਾ ਹੋ ਜਾਣਾ, ਪਰ ਮੈਨੂੰ ਇੰਨਾ ਪਤਾ ਹੈ ਬਈ ਇਹਦਾ ਮਤਲਬ ਹੈ ਸਵਰ ਸੰਗੀਤ, ਈਸ਼ਵਰ ਦੇ ਸੰਗ ਗੀਤ। ਇਹਦਾ ਮਤਲਬ ਇਹ ਹੈ ਈਸ਼ਵਰ ਦੇ ਸੰਗ ਗੀਤ। ਈਸ਼ਵਰ, ਜਦੋਂ ਤੁਸੀਂ ਗਾਣਾ ਸ਼ੁਰੂ ਕਰਦੇ ਹੋ, ਸਾਹ ਲਗਾਉਣਾ ਸ਼ੁਰੂ ਕਰਦੇ ਹੋ, ਤਾਂ ਤੁਸੀਂ ਅੰਤਰਾਤਮਾ ਤੋਂ ਸਾਹ ਲਗਾਉਂਦੇ ਹੋ ਨਾ, ਪਰਮਾਤਮਾ ਦੀ ਕੀ ਜ਼ਰੂਰਤ ਹੈ ਕਿ ਦੂਰ ਰਹਿਣਾ? ਬਿਲਕੁਲ। ਉਹ ਸਾਹਮਣੇ ਆ ਕੇ ਸਾਖਸ਼ਾਤ ਤੁਹਾਡੇ ਸਾਹਮਣੇ ਆ ਜਾਂਦਾ ਹੈ। ਔਰ ਕੋਈ ਪਰਮਾਤਮਾ ਕੋਈ ਬਿਲਡਿੰਗ ਨਹੀਂ ਹੈ, ਪਰਮਾਤਮਾ ਕੋਈ ਗੱਡੀ ਕਾਰ ਨਹੀਂ ਹੈ, ਪਰਮਾਤਮਾ ਕੋਈ ਥਿੰਗ ਨਹੀਂ ਹੈ ਵੀ ਆ ਕੇ ਤੁਹਾਡੇ ਸਾਹਮਣੇ ਖਲੋ ਜਾਵੇ। ਪਰਮਾਤਮਾ ਇੱਕ ਫੀਲਿੰਗ ਦਾ ਨਾਮ ਹੈ, ਪਰਮਾਤਮਾ ਇੱਕ ਅਹਿਸਾਸ ਦਾ ਨਾਮ ਹੈ, ਪਰਮਾਤਮਾ ਇੱਕ ਮਹਿਸੂਸ ਕਰਨ ਦਾ ਨਾਮ ਹੈ। ਜਦੋਂ ਤੁਹਾਨੂੰ ਲੱਗਣ ਲੱਗੇ ਰਿਆਜ਼ ਕਰਦਿਆਂ ਨੂੰ ਵੀ ਕਿ ਮੈਂ ਆਪਣੇ ਆਪ ਦੇ ਵਿੱਚ ਮੈਨੂੰ ਮਜ਼ਾ ਆ ਰਿਹਾ ਹੈ, ਮੈਂ ਆਨੰਦਿਤ ਹੋ ਰਿਹਾ ਰਿਆਜ਼ ਦੇ ਨਾਲ, ਇਹ ਇਬਾਦਤ ਹੈ। ਸਾਹ ਲਗਾਉਣਾ ਇਬਾਦਤ ਹੈ। ਸਾਹ ਲਗਾਓਗੇ ਮਨ ਦੇ ਨਾਲ, ਰੂਹ ਦੇ ਨਾਲ, ਪਰਮਾਤਮਾ ਸਾਖਸ਼ਾਤ ਆ ਕੇ ਖਲੋ ਜਾਂਦੇ ਆ। ਉਹ ਫਿਰ ਤੁਹਾਡੇ ਅੱਖਾਂ 'ਚੋਂ ਪਾਣੀ ਸ਼ੁਰੂ ਹੋ ਜਾਂਦਾ ਆਣਾ ਵੈਰਾਗ ਦੇ ਵਿੱਚ। ਜਦੋਂ ਤੁਸੀਂ ਰਿਆਜ਼ ਕਰਦੇ ਹੋ, ਸਮਝ ਲੈਣਾ ਕਿ ਪਰਮਾਤਮਾ ਤੁਹਾਡੇ ਔਰੇ 'ਚ ਆ ਚੁੱਕਿਆ। ਪਰ ਜੇ ਮੈਂ ਅੱਜ ਦੇ ਆਪਣੇ ਭਰਾਵਾਂ ਨੂੰ, ਛੋਟਿਆਂ ਨੂੰ ਪੁੱਛਦਾ ਕਿ ਰਿਆਜ਼ ਉਹ ਕੀ ਕਰਨਾ ਜੀ, ਤੁਸੀਂ ਗਾਣੇ 'ਚ ਹਰਕਤ ਬਹੁਤ, ਤੁਹਾਡੇ ਗਾਣੇ 'ਚ ਕਰੀ ਤਾਂ ਜਾਂਦੇ ਹੋ, ਤੁਹਾਡੇ ਗਾਣੇ 'ਚ ਹਰਕਤਾਂ ਬਹੁਤ ਹੈ, ਉਹਨਾਂ ਵਾਸਤੇ ਔਖਾ ਹੋ ਜਾਂਦਾ। ਨਹੀਂ, ਮੈਂ ਹਰਕਤ, ਬਸ ਹਰਕਤ ਹੋਵੇ, ਨਜਾਇਜ਼ ਹਰਕਤ ਨਾ ਹੋਵੇ। ਮੈਂ ਗਾਇਕੀ ਦੀ ਹਰਕਤ ਦੀ ਗੱਲ ਕੀਤੀ। ਸੋ ਮੈਂ ਹਰਕਤਾਂ ਵੀ, ਸੁਣੋ ਮੇਰੀ ਗੱਲ, ਹਰਕਤਾਂ ਤੁਸੀਂ ਸੂਝਵਾਨ ਹੋ, ਤੁਸੀਂ ਮਿਊਜ਼ਿਕ ਨੂੰ, ਮਿਊਜ਼ਿਕ ਨਾਲ ਰਿਲੇਟਡ ਤੁਸੀਂ ਲੋਕ ਹੋ ਜੀ। ਹਰਕਤ ਵੀ ਉੱਥੇ ਮਾਰਨੀ ਚਾਹੀਦੀ ਹੈ ਜਿੱਥੇ ਜ਼ਰੂਰਤ ਹੈ। ਅਦਰਵਾਈਜ਼ ਫੀਲਫੁਲ ਗਾਣਾ ਜਿਹੜਾ ਹੈ ਉਹਦੇ ਵਿੱਚ ਹਰਕਤ ਦੀ ਜ਼ਰੂਰਤ ਨਹੀਂ ਹੈ। ਉਹ ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਦੀ, ਨਜ਼ਾਰੇ ਹਮ ਕਿਆ ਦੇਖੇ। ਜਦੋਂ ਗਾਣੇ ਤੋਂ ਨਜ਼ਰ ਨਹੀਂ ਹਟਦੀ ਤਾਂ ਹਰਕਤਾਂ ਤੋਂ ਕਿੱਥੇ ਦੇਖੀਏ ਅਸੀਂ? ਕਿਉਂਕਿ ਸਾਦਗੀ ਜਿਹੜੀ ਹੈ ਨਾ, ਸਾਦਾ ਗਾਣਾ, ਸਾਦਾ ਲਿਖਣਾ, ਸਾਦੇ ਰਹਿਣਾ, ਇਹ ਬਹੁਤ ਮੁਸ਼ਕਲ ਹੈ। ਤੁਸੀਂ ਫੈਸ਼ਨ ਕਰਕੇ ਤਾਂ ਲੋਕਾਂ ਨੂੰ ਅਟਰੈਕਟ ਕਰ ਹੀ ਸਕਦੇ ਹੋ, ਮਜ਼ਾ ਤਾਂ ਹੈ ਤੁਸੀਂ ਸਾਦਗੀ ਨਾਲ ਕਰੋ। ਕਿਉਂਕਿ ਉਹ ਇੱਕ ਸ਼ੇਰ ਹੈ ਨੁਸਰਤ ਸਾਹਿਬ ਦਾ ਕਿ अच्छी सूरत को संवरने की ज़रूरत क्या है, अच्छी सूरत को संवरने की ज़रूरत क्या है, सादगी में भी क़यामत की अदा होती है। तुम जो आ जाते हो मस्जिद में अदा करने नमाज, तुम क्या जानो कितनों की कज़ा होती है। क्या बात है। मतलब सादगी जी है गायकी च भी, जिंदगी च भी, और बहुत कम दिंदी है। गायकी जी है वो असी जिथे लोड़ नहीं है, जिमें चलो मेरा एक गाना है, ਸਾਡਿਆਂ ਪਰਾਂ ਤੁਸੀਂ ਕੀ ਉੱਡਣਾ, ਬੈਗੀ ਦੂਰ ਕਿਤੇ ਆ। ਇੱਕ ਗੱਲ ਹੈ, ਏਦਾਂ ਵਾਲੇ ਬਣਦੇ ਹੁੰਦੇ ਹੈ। ਉਹ ਤਾਂ ਜੇ ਤੁਸੀਂ ਸਾਦਗੀ ਚ ਗਾਓਗੇ, ਸਾਡਿਆਂ ਪਰਾਂ ਤੁਸੀਂ ਕੀ ਉੱਡਣਾ, ਬੈਗੀ ਦੂਰ ਕਿਤੇ ਆਲਣਾ ਬਣਾ, ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਨੀ ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ,
ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ, ਹਾਏ ਨੀ ਮੋਤੀਆਂ ਦੀ ਚੋਗ ਚੁਗਾ ਕੇ। ਗਾਣੇ ਦੀ ਡਿਮਾਂਡ ਹੈ ਤਰਲਾ, ਗਾਣੇ ਦੀ ਡਿਮਾਂਡ ਹੈ ਤੰਜ਼। ਉਹ ਤੰਜ਼ ਜਿਹੜੇ ਹੈ ਉਹ ਤੁਸੀਂ ਹਰਕਤਾਂ 'ਚ ਨਹੀਂ ਮਾਰ ਕੇ ਕਹਿ ਸਕਦੇ। ਜਿੱਥੇ ਲੋੜ ਹੋ ਉੱਥੇ ਜਿੱਥੇ ਲੋੜ ਹੈ ਉਹ ਨਹੀਂ। ਹੁਣ ਤੁਸੀਂ ਕਿੰਨਾ ਸੋਹਣੇ ਲੱਗਦੇ ਹੋ, ਮੇਕਅਪ ਕੀਤਾ ਹੋ ਗਿਆ, ਕੀਤਾ ਵੀ ਹੋਇਆ ਤੇ ਲੱਗਦਾ ਵੀ ਨਹੀਂ। ਜੇ ਤੁਸੀਂ ਲਿਪਸਟਿਕ ਨੂੰ ਮੱਥੇ ਤੇ ਲਾ ਲਓ ਤੇ ਕਜਰ ਨੂੰ ਲਿਪ ਤੇ ਲਾ ਲਓ ਤੁਸੀਂ, ਤੇ ਆ ਜਿਹੜੇ ਚਿਕਸ ਤੇ ਲਾਉਣਾ ਕੰਨਾਂ ਤੇ ਲਾਈ ਫਿਰ ਆਟੋ ਟਿਊਨਰ ਬਣ ਜਾਊਗਾ। ਫਿਰ ਤੁਸੀਂ ਭੂਤ ਲੱਗੋਗੇ, ਫਿਰ ਤੁਸੀਂ ਲੱਗੋਗੇ ਭੂਤ। ਫਿਰ ਮੇਕਅਪ ਨਹੀਂ ਹੋਏਗਾ, ਉਹ ਭੂਤ ਲੱਗੇਗਾ, ਚੜੇਲ ਲੱਗੇਗੀ, ਬੰਦਾ ਚੰਗਾ ਭਲਾ ਚੜੇਲ ਲੱਗੇਗਾ। ਉਹ ਨਾ ਸਿੱਖ ਕੇ ਆਣਾ ਚਾਹੀਦਾ ਮੇਕਅਪ ਵੀ ਕਿਹੜਾ ਕਿੱਥੇ ਕਰਨਾ। ਹਾਂ, ਕਿਹੜੀ ਚੀਜ਼ ਕਿੱਥੇ ਲੱਗਣੀ ਹੈ ਔਰ ਕਿੰਨੀ ਕੁਆਂਟੀਟੀ 'ਚ ਲੱਗਣੀ ਹੈ, ਜ਼ਰੂਰਤ ਹੈ ਕਿ ਨਹੀਂ ਲਾਉਣ ਦੀ। ਹਾਂ, ਕਿਉਂਕਿ ਜਿੱਦਣ ਮੰਨ ਲਓ ਮੇਕਅਪ ਆਰਟਿਸਟ ਨਹੀਂ ਆਇਆ ਉਦੋਂ ਤੇ ਭੂਤ ਬਣ ਜਾਣਾ ਆਪਾਂ, ਜਿੱਦਣ ਆਟੋ ਟਿਊਨ ਖਰਾਬ ਹੋਇਆ ਸਾਡਾ। ਮੇਰਾ ਖਿਆਲ ਹੈ ਜੇ ਮੇਕਅਪ ਤੋਂ ਬਿਨਾਂ ਵੀ ਤੁਸੀਂ ਆ ਜਾਓਗੇ ਨਾ ਸਾਦਗੀ ਜੀ, ਬਿਲਕੁਲ ਨੋ ਡਾਊਟ ਤੁਹਾਨੂੰ ਕੋਈ ਕਹੇਗਾ ਨਹੀਂ ਕਿ ਤੁਸੀਂ ਮੇਕਅਪ ਨਹੀਂ ਕਰਕੇ ਜੀ। ਕਿਉਂਕਿ ਪ੍ਰਮਾਤਮਾ ਦੀ ਜਿਹੜੀ ਸਾਦਗੀ ਹੈ, ਪ੍ਰਮਾਤਮਾ ਦੀ ਸਾਬਤ ਸੂਰਤ ਜਿਹੜੀ ਰੱਬ ਨੇ ਬਣਾਈ ਹੈ, ਮੇਕਅਪ ਦੀ ਜ਼ਰੂਰਤ ਮੇਰੇ ਵਰਗਿਆਂ ਵਾਸਤੇ ਹੈ, ਨਹੀਂ ਤੁਹਾਨੂੰ ਨਹੀਂ ਹੈ। ਕਿਉਂਕਿ ਉੱਥੇ ਥੋੜਾ ਜਿਹਾ ਉਹ ਰਿੰਕਲਸ ਨਜ਼ਰ ਆਉਂਦੇ ਆ ਜੇ ਤੁਸੀਂ ਨਾ ਵੀ ਕਰੋ। ਤੇ ਉਹ ਤਾਂ ਮੈਂ ਕਹਿੰਦਾ ਵੀ ਸਾਦਗੀ ਬਹੁਤ ਜ਼ਰੂਰੀ ਹੈ। ਜੀ ਸਾਦੀ ਜ਼ਿੰਦਗੀ ਜੀ ਕੇ ਦੇਖਣਾ, ਜੀ ਕੁਝ ਨਹੀਂ ਹੋਏਗਾ। ਜਦੋਂ ਹਨੇਰੀ ਆਉਂਦੀ ਹੈ, ਤੂਫਾਨ ਆਉਂਦੇ ਨੇ, ਝੱਖੜ ਆਉਂਦੇ ਨੇ, ਤੇ ਝੱਖੜ ਦੇ ਵਿੱਚ ਸਫੈਦੇ ਡਿੱਗਦੇ ਨੇ, ਛੋਟੇ ਤੀਲੇ ਨੂੰ ਕੁਝ ਨਹੀਂ ਹੁੰਦਾ। ਛੋਟੇ ਬਣ ਕੇ ਰਹੋ, ਛੋਟੇ ਤੀਲੇ ਨੂੰ ਕਦੇ ਫਰਕ ਨਹੀਂ ਕੋਈ ਪੈਂਦਾ, ਹਮੇਸ਼ਾ ਸਫੈਦੇ ਡਿੱਗਦੇ ਆ। ਸੋ ਇਸ ਕਰਕੇ ਵੀ ਗਾਇਕੀ ਦੇ ਵਿੱਚ ਵੀ ਜਦ ਤੁਸੀਂ ਜਾਓ, ਮੈਂ ਗੁਰਦਾਸ ਭਾਈ ਨੂੰ ਮੈਂ ਪ੍ਰੇਜ਼ ਕਰਨਾ ਚਾਹੂੰਗਾ ਇੱਥੇ ਕਿ ਉਹਨਾਂ ਨੇ ਦੱਸਿਆ ਕਿ ਪਬਲਿਕ ਨੂੰ ਬੋਲਣਾ ਕਿਵੇਂ ਹੈ, ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਕਿਵੇਂ ਬੋਲਣਾ। ਉਹ ਕਹਿੰਦੇ ਹੁੰਦੇ ਆ, ਮੇਰੇ ਮਿਹਰਬਾਨ ਦੋਸਤੋ, ਮੈਂ ਆਪ ਸਭ ਸੂਝਵਾਨ ਸਰੋਤਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਨਿਮਾਣੇ ਜੇ ਮਾਣ ਨੂੰ ਮਾਣ ਬਖਸ਼ਿਆ। ਮੇਰੀ ਵੀ ਤੁਹਾਡੇ ਲਈ ਸਭ ਲਈ ਇਹੋ ਦੁਆ ਹੈ ਕਿ ਜਿਹੜਾ ਅੱਜ ਤੱਕ ਹੋਇਆ ਨਾ ਹੋਵੇ, ਮੈਂ ਐਸਾ ਤੁਹਾਨੂੰ ਪਿਆਰ ਦਿਆਂ, ਮੇਰੀ ਉਮਰ ਹਜ਼ਾਰਾਂ ਸਾਲ ਹੋਵੇ ਤੇ ਬਾਬਿਓ ਹਰ ਸਾਲ ਤੁਹਾਡੇ ਤੋਂ ਵਾਰ ਦਿਆਂ। ਅੱਜ ਕੱਲ ਜਿਹੜੇ ਕਲਾਕਾਰ ਹੁੰਦੇ ਆ, ਉਹ ਕਿਵੇਂ ਆ ਜਲੰਧਰ ਵਾਲਿਓ, ਯਾਰ ਉਹ ਤੁਹਾਨੂੰ ਤੁਹਾਡੇ ਫੈਨਸ ਨੇ, ਤੁਹਾਡੇ ਰੱਬ ਨੇ ਜੀ, ਤੁਸੀਂ ਉਹਨਾਂ ਨੂੰ ਓਏ ਕਹੋਗੇ ਰੱਬ ਨੂੰ ਹੈ? ਉਹ ਤੁਹਾਨੂੰ ਚਾਹਣ ਵਾਲੇ ਨੇ। क्योंकि तू शुक्र कर खुदाया तुझे मैंने खुदा बनाया, तुझे कौन पूछता था मेरी बंदगी से पहले। ये लोग ਜਿਹੜੇ ਹੈ ਇਹ ਸਾਨੂੰ ਸਟਾਰ ਬਣਾਉਣ ਵਾਲੇ ਨੇ। ਅਸੀਂ ਇਹ ਓਏ ਕੰਜਰਾ ਗਾਲਾਂ ਕੱਢੀ ਉਹਨਾਂ ਨੂੰ, ਇਹ ਕਿੱਥੋਂ ਦੀ ਲਿਆਕਤ ਹੈ। ਜੀ ਸੋ ਸਾਦਗੀ ਚ ਰਹੋਗੇ, ਭਰਪੂਰ ਰਹੋਗੇ ਜੀ, ਬੇਚੈਨ ਰਹੋਗੇ, ਜਾ ਕੇ ਲੋਕਾਂ ਨੂੰ ਮੰਦਾ ਬੋਲੋਗੇ ਤਾਂ ਅੱਗੋਂ ਰਿਐਕਸ਼ਨ ਵੀ ਤੁਹਾਨੂੰ ਉਦਾਂ ਦਾ ਮਿਲਣਾ। ਇਹ ਜ਼ਿੰਦਗੀ, ਇਹ ਲੋਕ, ਇਹ ਸ਼ੀਸ਼ਾ ਨੇ ਤੁਹਾਡਾ, ਜਿੱਦਾਂ ਦਾ ਤੁਸੀਂ ਬਣ ਕੇ ਜਾਓਗੇ ਉਹਨਾਂ ਸਾਹਮਣੇ ਤੁਹਾਨੂੰ ਉਦਾਂ ਦਾ ਹੀ ਨਜ਼ਰ ਆਉਣਾ। ਇੱਕ ਆਇਨਾ ਜੀ, ਆਇਨਾ ਬਣਾਓ। ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ, ਅੱਜ ਕੱਲ ਸਾਰੇ ਆਰਟਿਸਟ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਰਹਿੰਦੇ ਆ ਜੀ, ਇਹਨੂੰ ਕਿੰਨਾ ਕੁ ਤੁਸੀਂ ਫਾਇਦੇਮੰਦ ਸਮਝਦੇ ਹੋ ਤੇ ਕਿੰਨਾ ਕੁ ਨੁਕਸਾਨਦੇਹ ਹੈ? ਜਿੰਨਾ ਫਾਇਦੇਮੰਦ ਉਹਨਾਂ ਹੀ ਨੁਕਸਾਨ। ਕਿਉਂਕਿ ਫਾਇਦੇਮੰਦ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਸੋਰਸਸ ਨਹੀਂ ਹੈਗੇ ਚੈਨਲ ਤੇ ਜਾਣ ਦੇ, ਕਿਤੇ ਲੋਕਾਂ ਦੇ ਆਵਾਮ ਦੇ ਵਿੱਚ ਜਾਣ ਲਈ ਸੋਰਸਸ ਨਹੀਂ ਹੈਗੇ। ਉਹ ਆਪਣੇ ਘਰ ਬੈਠ ਕੇ ਵੀਡੀਓ ਪਾ ਦਿੰਦੇ ਆ ਤੇ ਉਹਨਾਂ ਦੇ ਲੱਖਾਂ ਕਰੋੜਾਂ ਵਿਊਜ਼ ਹੋ ਜਾਂਦੇ ਆ। ਉਹਨਾਂ ਨੂੰ ਲੋਕ ਜਾਣਨ ਲੱਗ ਪੈਂਦੇ ਆ, ਉਹਨਾਂ ਨੂੰ ਪ੍ਰੋਗਰਾਮ ਚਾਰ ਪੈਣ ਲੱਗ ਪੈਂਦੇ ਆ, ਉਹਨਾਂ ਨੂੰ ਕੋਈ ਫਿਲਮ ਪ੍ਰੋਡਿਊਸਰ ਮਿਲ ਜਾਂਦਾ ਹੈ, ਫਿਲਮ ਮਿਊਜ਼ਿਕ ਡਾਇਰੈਕਟਰ ਮਿਲ ਜਾਂਦਾ ਹੈ, ਉਹਨਾਂ ਨੂੰ ਅੱਗੇ ਲੈ ਜਾਂਦਾ ਹੈ। ਕਿੰਨਾ ਫਾਇਦੇਮੰਦ। ਹੁਣ ਸੌਰੀ ਬਹੁਤ ਲੋਕ ਪਿੱਛੇ ਇੰਨੇ ਕੁ ਆਏ ਜਿਨ੍ਹਾਂ ਨੂੰ ਆਪਾਂ ਡਿਸਕਸ ਵੀ ਨਹੀਂ ਕਰ ਸਕਦੇ। ਐਸੇ ਲੋਕਾਂ ਨੇ ਸਟਾਰ ਬਣਾਏ ਮਜ਼ਾਕ ਦੇ ਵਿੱਚ, ਉਹਨਾਂ ਦੀ ਮਜ਼ਾਕ ਰਾਤ ਤੇ ਉਹਨਾਂ ਦੀ ਜ਼ਿੰਦਗੀ ਪਤਾ ਨਹੀਂ ਕਿੱਥੇ ਤੱਕ ਪਹੁੰਚੀ। ਉਹਨਾਂ ਦੇ ਵਿੱਚੋਂ ਇੱਕ ਹੈ ਮੁੱਖ ਮੰਤਰੀ। ਚਲੋ ਆਪਾਂ ਕਿਸ ਦਾ ਨਾਮ ਨਾ ਲਈਏ। ਸੋ ਇਦਾਂ ਦੇ ਇੱਕ ਨਹੀਂ ਹੈਗੇ, ਹਜ਼ਾਰਾਂ ਬੰਦੇ ਨੇ ਤੇ ਜਿਨ੍ਹਾਂ ਨੇ ਉਸ ਪਲੇਟਫਾਰਮ ਨੂੰ, ਉਸ ਮੀਡੀਆ ਨੂੰ ਬਹੁਤ ਮਿਸਯੂਜ਼ ਕੀਤਾ। ਤੁਸੀਂ ਸਾਡੇ ਇੰਡੀਅਨ ਜਿਹੜੇ ਬੰਦੇ ਆ, ਇੰਡੀਅਨ ਬੰਦਿਆਂ ਦੀ ਮੈਂਟੈਲਿਟੀ ਹੈ ਕਿ ਉਹ ਹਰ ਚੀਜ਼ ਨੂੰ ਪਹਿਲਾਂ ਉਲਟਾ ਸੋਚਦੇ ਵੀ ਇਹਦਾ ਉਲਟਾ ਕੀ ਕਰੀਏ, ਰਾਈਟ ਹੈ ਨਾ। ਤੁਸੀਂ ਗਵਰਨਮੈਂਟ ਨੇ ATM ਲਗਾਏ, ਉਹ ਕਹੇ ਪਹਿਲਾਂ ਉਹਨਾਂ ਨੇ ਇਹ ਸੋਚਿਆ ਵੀ ਕਾਰਡ ਨਾਲ ਨਾ ਆਵੇ ਤੇ ਪੈਸੇ ਉਦਾਂ ਹੀ ਕੱਢ ਲਈਏ। ਤੇ ਕੋਈ ਵੀ ਗੱਲ, ਇੱਕ ਮਜ਼ਾਕ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਮੈਨੂੰ ਪਤਾ ਨਹੀਂ ਆਪਣਾ ਟਾਈਮ ਕਿੰਨਾ ਹੈ। ਮੈਂ ਇੰਗਲੈਂਡ 에ਅਰਪੋਰਟ ਤੇ ਬੈਠਾ ਹੋਇਆ ਸੀਗਾ ਹੀਥਰੋ ਤੇ, ਤਾਂ ਇੱਕ ਬੰਦਾ, ਇੰਡੀਅਨ ਬੰਦਾ ਆਪਣਾ, ਉਦੋਂ ਪੇ ਫੋਨ ਹੁੰਦੇ ਸੀਗੇ, ਹੁਣ ਤਾਂ ਲੋੜ ਨਹੀਂ, ਉਹਨਾਂ ਦੀ ਮੋਬਾਈਲ ਹੀ ਚੱਲਦੇ ਨੇ ਹਰ ਜਗ੍ਹਾ। ਉਹ ਪੇ ਫੋਨ ਤੇ ਬੰਦਾ ਖੜਾ ਗੱਲਾਂ ਕਰ ਰਿਹਾ। 1 ਘੰਟਾ ਤਾਂ ਮੈਨੂੰ ਹੋ ਗਿਆ ਦੇਖਦੇ ਨੂੰ, ਉਹਨੂੰ ਗੱਲਾਂ ਕਰਦੇ ਨੂੰ। ਮੈਂ ਕਿਹਾ ਇਹ ਇੰਨਾ ਲੰਬਾ ਗੱਲ ਕਿੱਥੇ ਕਰ ਰਿਹਾ। ਮੇਰੇ ਕੋਲ ਟਾਈਮ ਸੀਗਾ, ਮੈਂ ਜਾ ਕੇ ਨਾਲ ਦੇ ਬੂਥ ਦੇ ਵਿੱਚ ਖੜ ਗਿਆ, ਮੈਂ ਸੁਣਨ ਲੱਗ ਗਿਆ। ਉਹ ਇੰਡੀਆ ਫੋਨ ਮਿਲਾਇਆ ਸੀ ਉਹਨੇ ਪੇ ਫੋਨ ਤੋਂ। ਅੱਛਾ।
ਉਹ ਪੇ ਫੋਨ ਦੇ ਵਿੱਚ ਹਰ ਮਿੰਟ ਬਾਅਦ ਤੁਹਾਨੂੰ ਕੋਇਨ ਸਿੱਟਣਾ ਪੈਂਦਾ, ਤਾਂ ਉਹ ਕੰਟੀਨਿਊ ਰਹਿੰਦਾ। ਉਹ ਗੱਲਾਂ ਕਰ ਰਿਹਾ, ਮੈਂ ਉਹਦੀਆਂ ਗੱਲਾਂ ਤੋਂ ਜਾਇਜ਼ਾ ਲੈ ਰਿਹਾ ਵੀ ਇਹ ਕੀ ਗੱਲ ਕਰ ਰਿਹਾ ਇੰਡੀਆ। ਕਹਿੰਦਾ ਬੇਬੇ ਬਾਪੂ ਕਿੱਥੇ ਆ? ਕਹਿੰਦੀ ਪੁੱਤ ਤਾਂ ਖੂਹ ਤੇ ਆ। ਚੰਗਾ ਬੁਲਾ, ਕਹਿੰਦਾ ਮੈਂ ਹੋਲਡ ਰੱਖਦਾ। ਖੂਹ ਨੇੜੇ ਹੋਣਾ, ਕਿੰਨੀ ਦੂਰ ਹੋਣਾ ਹੋਲਡ। ਉਹ ਬਾਪੂ ਜੀ ਆ ਗਏ, ਖੜੇ ਰਹੇ, ਗੱਲਾਂ ਕਰਦੇ ਰਹੇ, ਫਲਾਣਾ ਕਿੱਥੇ ਆ, ਫਲਾਣਾ ਕਿੱਥੇ ਆ, ਗੱਲਾਂ ਕਰਦੇ ਰਹੇ। ਉਹ ਬਾਅਦ ਚ ਪਤਾ ਲੱਗਿਆ, ਮੈਂ ਕਿਹਾ ਪੈਸੇ ਤਾਂ ਪਾ ਨਹੀਂ ਰਿਹਾ ਵਿੱਚ, ਏਦਾਂ ਹੱਥ ਹੀ ਹਿਲਦਾ ਸਿਰਫ ਇਕੱਲਾ। ਉਹਨੇ ਨਾ ਇੱਕ ਕੋਇਨ ਦੇ ਵਿੱਚ ਸੁਰਾਖ ਕਰਕੇ ਧਾਗਾ ਬੰਨਿਆ ਹੋਇਆ ਸੀਗਾ। ਅੱਛਾ। ਤੇ ਉਹਨੇ ਉਸ ਧਾਗਾ ਵਿੱਚ ਸੁੱਟਿਆ ਸੁਰਾਖ ਕੋਇਨ ਵਿੱਚ। ਜਦੋਂ ਬੀਪ ਸਾਊਂਡ ਆਉਂਦੀ ਸੀ ਵੀ ਦੁਬਾਰਾ ਪਾਓ, ਉਹਨੂੰ ਧਾਗੇ ਨੂੰ ਖਿੱਚ ਲੈਂਦਾ ਸੀਗਾ ਤੇ ਫੇਰ ਉੱਥੇ ਸੁੱਟ ਦਿੰਦਾ ਸੀਗਾ। ਉਹਨੂੰ ਤਾਂ ਮਸ਼ੀਨ ਨੂੰ ਤਾਂ ਕਿ ਵੇਟ ਚਾਹੀਦਾ ਵੀ ਦੁਬਾਰਾ ਆ ਗਏ ਪੈਸੇ। ਉਹ ਇੱਕੋ ਹੀ ਕੋਇਨ ਨੂੰ ਬਾਰ-ਬਾਰ ਸੁੱਟੀ ਗਿਆ। 2.5 ਘੰਟੇ ਗੱਲ ਕੀਤੀ ਉਹਨਾਂ ਨੇ ਜੀ। ਤੇ ਕਹਿਣ ਤੋਂ ਭਾਵ ਹੈ ਉੱਥੇ 에ਅਰਪੋਰਟ ਦੇ ਵਿੱਚ ਪਾਲਿਸ਼ ਹੁੰਦੀ ਹੈ, ਇੱਕ ਪੈਰ ਪਾਓ ਤੁਸੀਂ ਤੇ ਉਹ ਪਾਲਿਸ਼ ਕਰ ਦਿੰਦਾ, ਉਹ ਦੂਸਰਾ ਪਾਓ ਉਨੀ ਦੇਰ ਨਹੀਂ ਕੱਢਦਾ ਜਿੰਨੀ ਦੇਰ ਤੁਸੀਂ ਕੋਇਨ ਨਹੀਂ ਪਾਉਂਦੇ। ਜੀ ਜੀ। ਉਹ ਫੜ ਲਿਆ ਮਸ਼ੀਨ ਨੇ। ਉਹ ਦੂਸਰੇ ਨੇ ਦੇਖਿਆ ਵੀ ਇਹਦੇ ਪੈਸੇ ਪਾਏ ਤੇ ਨਿਕਲਿਆ। ਉਹਨੇ ਇੱਕ ਪੈਰ ਇੱਕ ਮਸ਼ੀਨ ਤੇ ਕਰ ਲਿਆ ਤੇ ਦੂਸਰਾ ਪੈਰ ਦੂਸਰੀ ਮਸ਼ੀਨ ਤੇ ਕਰ ਲਿਆ। ਚਲਾਕਾਂ ਦੀ ਦੁਨੀਆ। ਮਤਲਬ ਕਹਿਣ ਤੋਂ ਭਾਵ ਸਾਡੀ ਜਿਹੜੀ ਮੈਂਟੈਲਿਟੀ ਉਹ ਸ਼ਰਾਰਤਾਂ ਵੱਲ ਜ਼ਿਆਦਾ ਜਾਂਦੀ ਹੈ। ਜੀ ਜੀ ਜੀ। ਉਹ ਜਾਂਦੀ ਹੈ ਵੀ ਅਸੀਂ ਪੁੱਠਾ ਕੰਮ ਕੀ ਕਰ ਸਕਦੇ ਹਾਂ, ਇਹ ਜਿਹੜੀ ਸਿੱਧੀ ਚੀਜ਼ ਹੈ ਇਹ ਤੋਂ ਪੁੱਠਾ ਕੰਮ ਕੀ ਕਰ ਸਕਦੇ। ਇਸੇ ਕਰਕੇ ਸੋਸ਼ਲ ਮੀਡੀਆ ਤੇ ਸ਼ੋਸ਼ੇ ਬਹੁਤ ਹੁੰਦੇ ਆ ਔਰ ਜਿਹੜੇ ਕੰਮ ਦੀਆਂ ਗੱਲਾਂ ਤਾਂ ਬਹੁਤ ਘੱਟ ਹੁੰਦੀਆਂ। ਮੈਂ ਬਹੁਤ ਲੋਕਾਂ ਨੂੰ ਦੇਖਿਆ ਫੇਸਬੁੱਕ ਤੇ, ਉਹ ਦੇਸੀ ਦਵਾਈਆਂ ਕਈ ਵਾਰ ਪਾ ਦਿੰਦੇ ਨੇ ਵੀ ਆ ਦੇਸੀ ਦਵਾਈ ਲਓ, ਕਿਸੇ ਦਾ ਭਲਾ ਹੁੰਦਾ, ਚੰਗੀ ਗੱਲ ਹੈ, ਔਰ ਕਿਸੇ ਨੂੰ ਰਿਐਕਸ਼ਨ ਵੀ ਕਰ ਸਕਦਾ। ਸੋ ਇਸ ਕਰਕੇ ਉਹਦਾ ਫਾਇਦਾ ਵੀ ਹੈ ਤੇ ਉਹਦਾ ਨੁਕਸਾਨ ਵੀ ਹੈ। ਜਿਹੜੇ ਸਿੰਗਰਾਂ ਦੀ ਹੀ ਮੈਂ ਹੁਣੇ ਵੀ ਜ਼ਿਕਰ ਕੀਤਾ ਸੀਗਾ, ਤੁਸੀਂ ਕਿਹਾ ਨਾਮ ਨਹੀਂ ਆਪਾਂ ਕਿਸੇ ਦਾ ਲੈਂਦੇ, ਪਰ ਇਹ ਜਿਹੜਾ ਸੱਭਿਆਚਾਰ ਪੰਜਾਬ ਦਾ, ਜਿਹੜੇ ਬਾਹਰ ਵਸਦੇ ਪੰਜਾਬੀ, ਉਹਨਾਂ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਮਾੜਾ ਸੱਭਿਆਚਾਰ? ਕਿਉਂਕਿ ਉਹ ਪੰਜਾਬ ਜਿਹੜੇ ਇੱਥੋਂ ਮੇਰੇ ਮੁਤਾਬਿਕ ਜਿਹੜੇ ਚੱਲ ਜਾਂਦੇ ਨੇ ਉਹ ਜ਼ਿਆਦਾ ਪਿਆਰ ਕਰਦੇ ਸਗੋਂ ਪੰਜਾਬ। ਬਿਲਕੁਲ। ਜਿਹੜਾ ਬੰਦਾ ਉੱਥੇ ਜਾ ਕੇ ਸਿਟੀਜ਼ਨ ਹੋ ਗਿਆ, ਕੈਨੇਡਾ, ਅਮਰੀਕਾ, ਇੰਗਲੈਂਡ, ਕਿਤੇ ਵੀ, ਉਹ ਜ਼ਿਆਦਾ ਮਿਸ ਕਰਦਾ ਆਪਣੇ ਕਲਚਰ ਨੂੰ। ਠੀਕ ਹੈ, ਉਹਨੂੰ ਬਹੁਤ ਦੇਸੀ ਚਾਹੀਦਾ ਹੁੰਦਾ। ਉਹ ਸਾਨੂੰ ਕਈ ਵਾਰ ਫੋਨ ਆਉਂਦੇ ਆ, ਭਾਜੀ ਯਾਰ ਜਿਹੜੇ ਤੁਸੀਂ ਗਾਣੇ ਸ਼ੂਟ ਕਰਨੇ ਆ ਨਾ, ਉਹ ਤੁਸੀਂ ਕਿਸੇ ਪੁਰਾਣੇ ਖੂਹ ਤੇ ਜਾ ਕੇ ਕਰਨਾ, ਜਾਂ ਤੁਸੀਂ ਪੁਰਾਣੇ ਤੂੜੀ ਦੇ ਕੁੱਪ ਕੋਲ ਜਾ ਕੇ ਕਰਨਾ, ਜਾਂ ਪਾਥੀਆਂ ਦੇ ਗੁਹਾਰੇ ਕੋਲ ਜਾ ਕੇ ਕਰਨਾ, ਜਾਂ ਸਰੋਂ ਦੇ ਫੁੱਲਾਂ 'ਚ ਜਾ ਕੇ ਕਰਨਾ, ਜਾਂ ਹਰੀ ਕਣਕ 'ਚ ਜਾ ਕੇ ਕਰਨਾ। ਤੇ ਅੱਜ ਸਾਡੇ ਜਿਹੜੇ ਬੰਦੇ ਆ ਉਹ ਜਾਂਦੇ ਆ ਫੋਰਨ ਨੂੰ ਸ਼ੂਟ ਕਰਨ, ਕੋਈ ਦੁਬਈ ਜਾਂਦਾ ਹੈ, ਕੋਈ ਸਵਿਟਜ਼ਰਲੈਂਡ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ। ਉਹ ਕਹਿੰਦੇ ਸਾਨੂੰ ਚਾਹੀਦਾ ਸਾਡਾ ਕਲਚਰ। ਤੇ ਫਿਰ ਕਮਿਊਨੀਕੇਸ਼ਨ ਕਿਵੇਂ ਉਹਨਾਂ ਦਾ ਬਰਕਰਾਰ ਰਹੇਗਾ, ਮੇਨਟੇਨ ਕਿਵੇਂ ਰਹੇਗਾ? ਇਸ ਕਰਕੇ ਬਾਹਰ ਜ਼ਿਆਦਾ ਕਲਚਰ ਦੀ ਭੁੱਖ ਹੈ। ਜਿਹੜੀ ਚੀਜ਼ ਕੋਲ ਹੁੰਦੀ ਹੈ ਉਹਦਾ ਅਹਿਸਾਸ ਨਹੀਂ ਹੁੰਦਾ, ਜਿਹੜੀ ਚੀਜ਼ ਕੋਲ ਹੁੰਦੀ ਹੈ ਉਹਦੀ ਕੀਮਤ ਨਹੀਂ ਹੁੰਦੀ। ਉਹ ਸਾਰੀਆਂ ਚੀਜ਼ਾਂ ਨੂੰ ਮਿਸ ਕਰ ਰਹੇ ਨੇ ਉੱਥੇ ਬੈਠੇ। ਔਰ ਮਿਸ ਹੁੰਦਾ ਵੀ ਹੈ ਕਿਉਂਕਿ ਜਿਸ ਚੀਜ਼ ਦੇ ਵਿੱਚ ਤੁਸੀਂ ਜੰਮੇ ਪਲੇ, ਬ੍ਰੌਟ ਅਪ ਜਿਸ ਦੇ ਵਿੱਚ ਹੋਈ, ਉਹਨੂੰ ਤੁਸੀਂ ਹਮੇਸ਼ਾ ਮਿਸ। ਬਿਲਕੁਲ। ਮਿਮਿਕਰੀ ਦੀ ਗੱਲ ਕਰਦੇ ਹੁਣੇ ਤੁਸੀਂ ਮਾਨ ਸਾਹਿਬ ਦੀ ਕੀਤੀ ਸੀਗੀ, ਉਹ ਕਿਹੜਾ ਕਲਾਕਾਰ ਹੈ ਜਿਸ ਦੀ ਪਰਸਨਲੀ ਤੁਹਾਨੂੰ ਮਿਮਿਕਰੀ ਕਰਨਾ ਬਹੁਤ ਵਧੀਆ ਲੱਗਦਾ? ਆਈਦਰ ਤੁਸੀਂ ਇਕੱਲੇ ਬੈਠੇ ਹੋ ਜਾਂ ਮਹਿਫਿਲ 'ਚ ਬੈਠੇ ਹੋ? ਨਹੀਂ, ਮੈਨੂੰ ਗੁਰਦਾਸ ਭਾਈ ਦੇ ਬਹੁਤ ਚੰਗਾ ਲੱਗਦਾ ਤੇ ਉਹਨਾਂ ਦੀ ਆਵਾਜ਼ 'ਚ ਜੇ ਗਾਣਾ ਹੋ ਜਾਵੇ? ਕਿਉਂ ਨਹੀਂ, ਬਿਲਕੁਲ। ਓਏ ਸੱਜਣਾ ਵੇ ਸੱਜਣਾ, ਓਏ ਸਾਨੂੰ ਤੇਰੇ ਸ਼ਹਿਰ ਵਾਲੀ ਕਿੱਡੀ ਚੰਗੀ ਲੱਗਦੀ ਦੁਪਹਿਰ, ਓਏ ਕਿੱਡੀ ਚੰਗੀ ਓਏ ਲੱਗਦੀ ਦੁਪਹਿਰ। ਉਹ ਫੇਰ ਵੀ ਪਤਾ ਨਹੀਂ ਕਿਉਂ ਮੋਹ ਜਿਹਾ ਆਈ ਜਾਂਦਾ, ਭਾਵੇਂ ਸਾਡੇ ਭੁੱਜ ਗਏ ਨੇ ਪੈਰ, ਭਾਵੇਂ ਸਾਡੇ ਓਏ ਸੜ ਗਏ ਨੇ ਪੈਰ। ਓਏ ਸੱਜਣਾ ਵੇ ਸੱਜਣਾ, ਓ ਸੱਜਣਾ ਵੇ ਸੱਜਣਾ, ਓਏ ਸੱਜਣਾ। ਮਿਹਰਬਾਨੀ, ਸ਼ੁਕਰੀਆ। ਮੰਨ ਲਓ ਜੇ ਇਹੀ ਗਾਣਾ ਥੋੜਾ ਜਿਹਾ ਹੰਸਰਾਜ ਹੰਸ ਸਾਹਿਬ ਗਾਣ ਤੇ ਕਿੱਦਾਂ ਦਾ ਅੰਦਾਜ਼ ਹੋਏਗਾ? ਵਧੀਆ ਗਾਉਣਗੇ। ਕਿੱਦਾਂ ਨਾ ਅੰਦਾਜ਼ 'ਚ ਆਪਣੇ? ਹੋ ਸੱਜਣਾ ਵੇ ਸੱਜਣਾ, ਸੱਜਣਾ ਏ ਸੱਜਣਾ, ਸੱਜਣਾ। ਕੀ ਬਾਤ ਹੈ ਜੀ, ਕੀ ਬਾਤ ਹੈ। ਚਲੋ ਜਾਂਦੇ ਜਾਂਦੇ ਨਾ ਲਾਸਟ ਸਵਾਲ ਮੇਰਾ ਤੁਹਾਡੇ ਤੋਂ ਇਹ ਹੈਗਾ ਕਿ ਜਿਹੜੀ ਮਿਮਿਕਰੀ ਕਰਦੇ ਹੋ, ਲਾਸਟ ਨਹੀਂ ਨਾਟ ਦ ਲੀਸਟ, ਚਲੋ ਲੀਸਟ ਕਹਿੰਦੇ ਫਿਰ ਇੱਕ ਹੋਰ ਆਏਗਾ। ਇਹ ਮਿਮਿਕਰੀ ਐਂਟਰਟੇਨਮੈਂਟ ਦਿੰਦੀ ਹੈ ਹਰ ਕਿਸੇ ਨੂੰ, ਫੈਨਸ ਬਹੁਤ ਖੁਸ਼ ਹੁੰਦੇ ਆ, ਕੁਝ ਸਿੰਗਰਸ ਬੁਰਾ ਮੰਨ ਜਾਂਦੇ ਆ ਜੀ, ਜਿਵੇਂ ਕਿ ਨੂਰਾ ਸਿਸਟਰਸ। ਖਾਨ ਸਾਹਿਬ ਨੇ ਕੀਤੀ ਸੀਗੀ, ਉਹ ਤੁਹਾਡੇ ਨਾਲ ਸਟੇਜ ਤੇ ਵੀ ਕਈ ਵਾਰ ਉਹਨਾਂ ਨੂੰ ਦੇਖਿਆ ਹੈਗਾ ਮਿਮਿਕਰੀ ਕਰਦੇ। ਜਸਵਿੰਦਰ ਨੇ ਕੀਤੀ ਤਾਂ ਵੀ ਗੁੱਸਾ ਕੀਤਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਨਹੀਂ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਕੋਈ ਪਪੂਲਰ ਹੁੰਦਾ ਹੈ ਤਾਂ ਉਹਦੀ ਕੋਈ ਕਾਪੀ ਕਰਦਾ। ਜੀ ਜੀ ਤੁਸੀਂ ਸੋਚੋ ਜਿਹੜੇ ਪਿੰਡਾਂ ਦੇ ਵਿੱਚ ਛੁਪੇ ਹੋਏ ਕਲਾਕਾਰ ਬੈਠੇ ਹੋਏ ਨੇ, ਜਿਨ੍ਹਾਂ ਦਾ ਨਾਮ ਨਹੀਂ ਹੈ, ਉਹਨਾਂ ਦੀ ਕੋਈ ਕਾਪੀ ਕਰਦਾ? ਪਰਮਾਤਮਾ ਨੇ ਤੁਹਾਨੂੰ ਉਸ ਸਟੇਜ ਦੇ ਉੱਤੇ ਖੜਾ ਕੀਤਾ ਲਿਆ ਕੇ ਜਿੱਥੇ ਤੁਹਾਨੂੰ ਲੋਕ ਕਾਪੀ ਕਰ ਸਕਣ। ਜੀ ਹਾਂ, ਕਾਪੀ ਕਰਨ ਵਾਲੇ ਨੂੰ ਇੰਨਾ ਜ਼ਰੂਰ ਚਾਹੀਦਾ ਹੈ, ਸੋਚ ਲੈਣਾ ਚਾਹੀਦਾ ਹੈ ਕਿ ਮੈਂ ਉਹਦਾ ਮਜ਼ਾਕ ਉਡਾ ਰਿਹਾ ਕਿ ਉਹਦੀ ਕਾਪੀ ਕਰ ਰਿਹਾ। ਜੀ 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 ਜੇ ਮਜ਼ਾਕ ਉਡਾ ਰਿਹਾ ਹੈ ਤਾਂ ਨਿਹਾਇਤ ਬੁਰੀ ਗੱਲ ਹੈ, ਜੇ ਉਹ ਕਾਪੀ ਕਰ ਸਕਦਾ ਤਾਂ ਜ਼ਰੂਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਹ ਤਾਂ ਵੇਰੀਏਸ਼ਨ ਹੈ। ਇਹ ਪ੍ਰਮਾਤਮਾ ਮਿਮਿਕਰੀ ਕਰਨਾ ਹਰੇਕ ਨੂੰ ਥੋੜਾ ਦਿੰਦਾ ਹੈ। ਜੀ 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 ਬੰਦੇ ਤੋਂ ਆਪਣੀ ਆਵਾਜ਼ ਨਹੀਂ ਨਿਕਲਦੀ, ਕਿਸੇ ਦੀ ਕੱਢਣੀ ਤਾਂ ਬੜੀ ਮੁਸ਼ਕਲ ਹੈ। ਇਸ ਕਰਕੇ ਜਿਹਨੂੰ ਤਹਿਜ਼ੀਬ ਹੈ ਉਹ ਕਰੇ। ਮੈਂ ਲਾਲ ਚੰਦ ਯਮਲਾ ਜੱਟ ਜੀ ਦੀ ਕਾਪੀ ਕੀਤੀ, ਜੀ ਮੈਂ ਬਾਕਾਇਦਾ ਪੁੱਛਿਆ ਉਹਨਾਂ ਨੂੰ ਮੈਂ ਕਰ ਸਕਦਾ, ਕਹਿੰਦੇ ਤੂੰ ਕਰ ਸਕਦਾ ਰੋਡਵੇਜ ਦੀ ਲਾਰੀ ਦੇ ਵਿੱਚ, ਕਿਉਂਕਿ ਉਹਨਾਂ ਦੀ ਕਾਪੀ ਕਰਨਾ ਬਹੁਤ ਛੋਟੀ ਗੱਲ ਨਹੀਂ ਹੈ, ਹਨਾ। ਇਸ ਕਰਕੇ ਜੀ ਚਲੋ ਫਿਰ ਹੁਣ ਜਾਂਦੇ ਜਾਂਦੇ ਉਹ ਗਾਣਾ ਹੋ ਜਾਏ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ। ਜੀ ਬਿਲਕੁਲ ਬਿਲਕੁਲ। ਮੇਰਾ ਸਵਾਲ ਬਾਕੀ ਜੇ ਪਹਿਲੇ ਦੱਸਦਾ, ਤੁਸੀਂ ਵੀ ਦੱਸ ਦਿਓ। ਹਲੇ ਤਾਂ ਮੇਰਾ ਵੀ ਗਾਣੇ ਵਾਲਾ ਹੀ ਆ, ਤੁਹਾਡੇ ਲਈ ਆਇਆ ਭਾਵੇਂ ਜਨ ਗਨ ਮਨ ਨਹੀਂ ਕੋਈ ਨਹੀਂ ਕਿ ਮੇਰਾ ਵੀ ਗਾਣਾ ਹੀ ਆ, ਬਸ ਗਾਣਾ ਅਲੱਗ ਅੰਦਾਜ਼ ਹੋਏਗਾ। ਹੋ ਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ ਤੇ ਕਿਸੇ ਨੂੰ ਕੰਨ ਦਾ ਝੁਮਕਾ, ਹੋ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ, ਹੋਏ ਹੋਏ ਹੋ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੁਮਕਾ, ਨੀ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੁਮਕਾ, ਸੱਜਣਾ ਨੂੰ ਮਾਰ ਗਿਆ ਨੀ ਮਿੱਤਰਾਂ ਨੂੰ ਮਾਰ ਗਿਆ, ਹੋ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੁਮਕਾ, ਸੱਜਣਾ ਨੂੰ ਮਾਰ ਗਿਆ ਨੀ ਤੇਰਾ ਠੁਮਕਾ, ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੁਮਕਾ। ਕਿਆ ਚਲੋ ਇਹੀ ਗਾਣਾ, ਮੇਰਾ ਸਵਾਲ ਇਹ ਹੈ, ਇਹ ਗਾਣਾ ਨਾ ਹਿੰਦੀ ਚ ਗਾਓ, ਥੋੜਾ ਫਨੀ ਕਰ ਦਿੰਦੇ ਜਾਂਦੇ ਜਾਂਦੇ ਮਾਹੌਲ। ਇਹ ਤਾਂ ਬਹੁਤ ਔਖਾ ਹੋ ਜਾਊਗਾ, ਗੁਲਾਬੀ ਹਿੰਦੀ ਹੋ ਜਾਊਗੀ। ਕਰੋ ट्राई करो। ओ किसी को नाक का लौंग मार गया, किसी को नाक का कोका, ओ मित्रा को मार गया नी तेरा, ओ सज्जना के मार गया नी तेरा, नी सज्जना को मार गया, नी सज्जना को मार गया, ओ सज्जना को मार गया नी तेरा कोका, सज्जना को मार गया नी तेरा कोका, सज्जना को मार गया नी तेरा कोका, मेरी सांवरिया। क्या बात है जी, क्या बात है। सो उम्मीद करते हैं कि दैनिक सूर्य ਦੇ ਵੇੜੇ ਆ ਕੇ ਚੰਗਾ ਲੱਗਾ ਹੋਵੇਗਾ। थैंक यू सो मच फॉर कमिंग इन आवर थैंक स्टूडियो। यू वेरी मच। ਮੈਂ ਬਹੁਤ ਚੰਗਾ ਲੱਗਿਆ, ਮੈਂ ਮਸ਼ਕੂਰ ਹਾਂ ਜੀ ਤੁਹਾਡਾ ਵੀ ਜੀ, ਕਿ ਤੁਸੀਂ ਮੇਰੇ ਦਿਲ ਦੀਆਂ ਗੱਲਾਂ ਮੇਰੇ ਸਰੋਤਿਆਂ ਤੱਕ, ਮੇਰੇ ਚਾਹਣ ਵਾਲਿਆਂ ਤੱਕ ਪਹੁੰਚਾਈਆਂ। ਕਈ ਗੱਲਾਂ ਸਾਡੇ ਦਿਲ ਦੀਆਂ ਦਿਲ 'ਚ ਰਹਿ ਜਾਂਦੀਆਂ ਨੇ, ਕਈ ਵਾਰ ਨਹੀਂ ਪਹੁੰਚਦੀਆਂ। ਔਰ ਅਭਿਸ਼ੇਕ ਜੀ ਦਾ, ਮੈਂ ਸਾਰੇ ਕਰੂ ਦਾ, ਦੈਨਿਕ ਸਵੇਰਾ ਦੇ ਸਾਰੇ ਕਰੂ ਦਾ ਮੈਂ ਮਸ਼ਕੂਰ ਹਾਂ, ਜਿਨ੍ਹਾਂ ਨੇ ਮੇਰੇ ਜਿਹੇ ਬੇਸੁਰੇ ਬੰਦੇ ਨੂੰ ਬੁਲਾ ਕੇ ਤੁਹਾਡੇ ਵਰਗੀ ਸੂਝਵਾਨ ਸਰੋਤਿਆਂ ਤੇ ਮੈਨੂੰ ਰੂਬਰੂ ਕੀਤਾ। ਜਿਉਂਦੇ ਰਹੋ, ਵਸਦੇ ਰਹੋ, ਜਵਾਨੀਆਂ ਮਾਣੋ। ਥੈਂਕ ਯੂ ਵੈਰੀ ਮਚ। ਰੱਬ ਰਾਖਾ। ਸੋ ਇਹ ਤੇ ਸੀਗੇ ਸਾਡੇ ਨਾਲ ਸਰਦੂਲ ਸਿਕੰਦਰ, ਜਿਨ੍ਹਾਂ ਦਾ ਇੰਟਰਵਿਊ ਤੁਸੀਂ ਇੰਜੋਏ ਕੀਤਾ। ਉਮੀਦ ਕਰਦੇ ਹਾਂ ਪਸੰਦ ਆਇਆ ਹੋਵੇਗਾ। ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ। ਦੇਖਦੇ ਰਹੋ ਫਿਲਹਾਲ ਦੇ ਲਈ ਦੈਨਿਕ ਸੂਰਜ ਟੀਵੀ। ਵਿਦਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ।